ਸਾਡੀ ਇੰਪਲੋਇਮੈਂਟ ਏਜੰਸੀ 360 ਆਵਰਸ ਤੇ ਜੋਬ ਰੈਡੀ ਪ੍ਰੋਗਰਾਮ ਲੱਭਣ ਵਿੱਚ ਸਹਾਇਤਾ ਕਰਦੀ ਹੈ। ਜਿੰਨਾ ਵੀ ਸਟੂਡੈਂਟ ਨੇ ਆਪਣੀ ਸਟੱਡੀ ਖਤਮ ਕਰ ਲਈ ਹੈ ਜਾਂ ਕਰਨ ਵਾਲੇ ਨੇ ਉਹ ਸਾਡੇ ਨਾਲ ਕੰਟੈਕਟ ਕਰਨ। ਸਟੂਡੈਂਟਸ ਤੇ EMPLOYER ਦੇ ਵਿਚਾਲੇ 360 ਆਵਰਸ ਨੂੰ ਤੇ ਜੋਬ ਰੈਡੀ ਪ੍ਰੋਗਰਾਮ ਨੂੰ ਲੈ ਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਾਫੀ ਡਿਸਪਿਊਟ ਹੋ ਰਹੇ ਨੇ। ਸੋ ਉਹਨਾਂ ਚੀਜ਼ਾਂ ਨੂੰ ਰੋਕਣ ਲਈ ਸਾਡੀ ਇੱਕੋ ਇੱਕ ਆਸਟ੍ਰੇਲੀਆ ਦੀ ਪਹਿਲੀ ਕੰਪਨੀ ਆ ਜਿਹੜੀ ਉਹਨਾਂ ਦੋਵਾਂ ਦੇ ਵਿਚਾਲੇ ਬ੍ਰਿਜ ਦੀ ਤਰ੍ਹਾਂ ਕੰਮ ਕਰਦੀ ਆ। ਹੁਣੇ ਆਸਟ੍ਰੇਲੀਅਨ ਗਵਰਨਮੈਂਟ ਨੇ ਨਵਾਂ ਵੀਜ਼ਾ ਇੰਟਰੋਡਿਊਸ ਕੀਤਾ 491। ਸਾਡੀ ਕੰਪਨੀ ਉਹਦੇ ਲਈ ਵੀ ਕੰਮ ਕਰਦੀ ਹੈ। ਜਿਹੜੇ ਵੀ ਸਟੂਡੈਂਟਸ ਨੇ ਆਪਣਾ ਸਟੇਟ ਸਪਾਂਸਰ ਪਾਉਣੀ ਹੈ ਜਾਂ ਕੰਟਰੀ ਸਾਈਡ ਜਾਣਾ ਆ, ਉਹਨੂੰ ਉਹਦੀ ਫੀਲਡ ਦੇ ਵਿੱਚ ਜੋ ਕਿ 12 ਮੰਥ ਦੀ ਕੰਟਰੈਕਟ ਜੋਬ ਚਾਹੀਦੀ ਆ ਉਹ ਵੀ ਅਸੀਂ ਲੱਭ ਕੇ ਹੈਲਪ ਕਰਦੇ ਹਾਂ। ਆਪਣਾ ਫਰੈਂਡਸ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਾਫ਼ ਤੇ ਸਿੱਧੀ ਗੱਲ, ਮੇਰੇ ਨਾਲ ਜਾਣੀ ਕਿ ਹਰਮੀਤ ਬਮਲਾ ਦੇ ਨਾਲ। ਅੱਜ ਮੇਰਾ ਸਾਥ ਦੇ ਰਹੇ ਨੇ ਇੱਕ ਉਹ ਸ਼ਖਸੀਅਤ, ਜੇਕਰ ਪਹਿਲੇ ਮੈਂ ਉਹਨਾਂ ਦਾ ਨਾਮ ਲੈਣ ਤੋਂ ਪਹਿਲੇ ਥੋੜਾ ਜਿਹਾ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਲਬਨ ਦੇ ਵਿੱਚ ਜਿਹੜੀਆਂ ਕਿ ਕੌਂਸਲ ਇਲੈਕਸ਼ਨ ਹੋ ਰਹੀਆਂ, ਉਹਨਾਂ ਦੇ ਵਿੱਚ ਆਪਣੇ ਭਾਈਚਾਰੇ ਤੋਂ ਕਾਫੀ ਲੋਕ ਖਲੋਤੇ ਨੇ, ਮਗਰ ਇਹ ਇੱਕ ਉਹ ਸ਼ਖਸੀਅਤ ਹੈ ਜਿਹੜੀ ਕਿ ਚੰਗੀ ਨਾਮੀ ਗਿਨਾਮੀ ਸ਼ਖਸੀਅਤ। ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇਹਨਾਂ ਨੇ ਆਪਣੇ ਨਾਮ ਕਈ ਟਾਈਟਲ ਲਵਾਏ ਹੋਏ ਨੇ, ਕਮਿਊਨਿਟੀ ਦਾ ਮਾਣ ਉੱਚਾ ਕੀਤਾ। ਸਿਰਫ ਕਮਿਊਨਿਟੀ ਆਪਣਾ ਪੰਜਾਬੀ ਭਾਈਚਾਰਾ ਜਾਂ ਇੰਡੀਅਨ ਭਾਈਚਾਰੇ ਦੀ ਗੱਲ ਨਹੀਂ ਕਰਦਾ, ਪੂਰੇ ਆਸਟ੍ਰੇਲੀਆ ਵਾਸੀਆਂ ਦਾ। ਜੇਕਰ ਆਪਾਂ ਗੱਲ ਕਰੀਏ ਤਾਂ ਇਹਨਾਂ ਦੇ ਨਾਮ ਦੇ ਉੱਤੇ ਮੈਂ ਇੱਕ ਟਾਈਟਲ ਦਾ ਨਾਮ ਲੈ ਦਿੰਦਾ, ਮਿਸਟਰ ਵਰਲਡ, ਤੇ ਇਹਨਾਂ ਦੇ ਹੋਰ ਕਈ ਟਾਈਟਲ ਨੇ ਇਹਨਾਂ ਨੇ ਆਪਣੇ ਨਾਮ ਲਵਾਏ ਨੇ, ਉਹ ਅਸੀਂ ਇਹਨਾਂ ਕੋਈ ਜਾਣਾਂਗੇ ਕਿ ਕਿਹੜੇ ਹੈਗੇ ਨੇ। ਮਗਰ ਇਸ ਤੋਂ ਪਹਿਲੇ ਕਿ ਜਦੋਂ ਸਾਡਾ ਮਾਣ ਉੱਚਾ ਹੁੰਦਾ ਹੈ ਉਦੋਂ ਅਸੀਂ ਕਿਸ ਤਰੀਕੇ ਨਾਲ ਉਹਦੀ ਗਿਣਤੀ ਕਰਦੇ ਹਾਂ। ਸਭ ਤੋਂ ਪਹਿਲੇ ਅਸੀਂ ਇੰਡੀਅਨ ਭਾਈਚਾਰਾ ਹੋਣ ਦੇ ਨਾਂ ਤੇ ਅਸੀਂ ਆਪਣਾ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ 'ਚ ਕਿਸੇ ਇੱਕ ਬੰਦੇ ਨੇ ਕਿ ਮਿਸਟਰ ਵਰਲਡ ਦਾ ਟਾਈਟਲ ਜਿੱਤਿਆ। ਫਿਰ ਅਸੀਂ ਮਾਣ ਮਹਿਸੂਸ ਇਸ ਤਰੀਕੇ ਨਾਲ ਕਰਦੇ ਹਾਂ ਕਿ ਉਹ ਬੰਦਾ ਸਾਡੀ ਸਟੇਟ ਦਾ। ਫਿਰ ਮਾਣ ਮਹਿਸੂਸ ਕਰਦੇ ਹਾਂ ਕਿ ਉਹ ਬੰਦਾ ਸਾਡੇ ਲਾਗੇ ਦਾ, ਸਾਡਾ ਯਾਰ ਦੋਸਤ ਹੈ ਤੇ ਸਾਡਾ ਗੁਆਂਢੀ ਹੈ। ਤੇ ਜਦੋਂ ਉਹੋ ਜਿਹੀ ਸ਼ਖਸੀਅਤ ਤੁਹਾਡੇ ਵਾਰਡ ਦੇ ਵਿੱਚ ਨੂੰ ਲੀਡ ਕਰਨ ਲਈ, ਤੁਹਾਡੀ ਆਵਾਜ਼ ਬਣਨ ਲਈ, ਕੌਂਸਲ ਤੱਕ ਤੁਹਾਡੀ ਆਵਾਜ਼ ਪਹੁੰਚਾਉਣ ਲਈ, ਤੁਹਾਡੇ ਮੁੱਦਿਆਂ ਨੂੰ ਅੱਗੇ ਪਹੁੰਚਾਉਣ ਲਈ ਖੜੀ ਹੋਵੇ, ਤੇ ਇਹ ਆਪਣੇ ਆਪ 'ਚ ਮੈਂ ਇਹ ਕਹਾਂਗਾ ਕਿ ਉਹ ਵਾਰਡ ਵਾਲੇ, ਉਹ ਕੌਂਸਲ ਖੁਸ਼ ਨਸੀਬ ਹੈ ਕਿ ਇੱਕ ਐਡੀ ਵੱਡੀ ਸ਼ਖਸੀਅਤ ਜਿਸਨੇ ਕਈ ਮੈਡਲ, ਕਈ ਟਾਈਟਲ ਆਪਣੇ ਨਾਮ ਦੇ ਉੱਤੇ ਦੇਸ਼ ਦਾ ਨਾਮ ਉੱਚਾ ਕੀਤਾ ਹੋਵੇ, ਤੇ ਉਹ ਅੱਜ ਸਾਡੇ ਵਿੱਚ ਨੇ। ਕਮਲਦੀਪ ਕਾਮਾ ਜੀ, ਤੁਹਾਡਾ ਸਾਫ਼ ਤੇ ਸਿੱਧੀ ਗੱਲ 'ਚ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸੁਣ ਰਹੇ ਸਾਰੇ ਦਰਸ਼ਕਾਂ ਨੂੰ, ਤੇ ਮੈਂ ਹਰਮੀਤ ਭਾਜੀ ਦਾ ਧੰਨਵਾਦੀ ਹਾਂ, ਪੂਰੀ ਟੀਮ ਦਾ, ਕਿ ਜਿਹੜਾ ਤੁਹਾਡੇ ਰੂਬਰੂ ਹੋਣ ਦਾ ਮੈਨੂੰ ਮੌਕਾ ਦਿੱਤਾ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਮੌਕਾ ਦਿੱਤਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲੇ ਭਾਜੀ ਪਹਿਲਾ ਕੁਐਸਚਨ ਹੀ ਇਹ ਹੀ ਹੈ ਕਿ ਤੁਸੀਂ ਆਪਣੇ ਬੜੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ, ਆਪਣੇ ਵਾਰਡ ਦੇ, ਆਪਣੇ ਕੌਂਸਲ ਦੇ ਦਰਸ਼ਕਾਂ ਨੂੰ ਥੋੜਾ ਜਿਹਾ ਦੱਸੋ ਕਿ ਮੈਨੂੰ ਪਤਾ ਕਿ ਤੁਸੀਂ ਥੋੜੇ ਜਿਹੇ 'ਚ ਆਪਣਾ ਸਾਰਾ ਨਹੀਂ ਦੱਸ ਪਾਓਗੇ, ਮਗਰ ਟਾਈਮ ਦੀ ਕਮੀ ਦੇ ਵਿੱਚ ਆਪਣਾ ਥੋੜਾ ਜਿਹਾ ਇਹਨਾਂ ਟਾਈਟਲ ਬਾਰੇ ਤੇ ਆਪਣੇ ਬਾਰੇ ਜ਼ਰੂਰ ਦੱਸੋ। ਹਾਂਜੀ ਬਿਲਕੁਲ ਜੀ। ਜਿੱਦਾਂ ਆਲਮੋਸਟ ਸਾਰੇ ਸਾਡੇ ਭਾਈਚਾਰੇ ਦੇ ਜਿੰਨੇ ਵੀ ਸੱਜਣ ਮਿੱਤਰ ਨੇ, ਵੀਰ ਭੈਣਾਂ ਨੇ ਸਾਨੂੰ, ਉਹਨਾਂ ਨੂੰ ਪਤਾ ਹੀ ਹੈ, ਪਰ ਫਿਰ ਵੀ ਮੈਂ ਇੱਕ ਵਾਰੀ ਦੱਸ ਦਿੰਦਾ ਮੋਟਾ ਮੋਟਾ। ਜੇ ਅਚੀਵਮੈਂਟਸ ਦੀ ਗੱਲ ਕਰਦੇ ਹਾਂ ਜੀ, ਮੈਂ 5 ਵਾਰੀ ਮਿਸਟਰ ਵਿਕਟੋਰੀਆ, 4 ਵਾਰੀ ਮਿਸਟਰ ਆਸਟ੍ਰੇਲੀਆ, 1 ਵਾਰੀ ਮਿਸਟਰ ਇੰਟਰਨੈਸ਼ਨਲ, 1 ਵਾਰੀ ਮਿਸਟਰ ਸਾਊਦਰਨ ਹੈਮਸਫੇਅਰ, ਤੇ 1 ਵਾਰ ਮਿਸਟਰ ਯੂਰਪ ਇਟਲੀ ਦੇ ਵਿੱਚ, ਤੇ 1 ਵਾਰ ਮਿਸਟਰ ਵਰਲਡ 2018 USA ਅਮਰੀਕਾ ਦੇ ਵਿੱਚ ਜਿੱਤਿਆ, ਤੇ 1 ਵਾਰ ਮਿਸਟਰ ਵਰਲਡ ਦੇ ਵਿੱਚ ਜਿਹੜਾ ਫਸਟ ਰਨਰ ਅਪ ਮੈਕਸੀਕੋ ਦੇ ਵਿੱਚ ਜਿਹੜਾ ਉਹ ਖਿਤਾਬ ਜਿੱਤਿਆ। ਤੇ ਨਾਲ ਨਾਲ ਆਪਣੇ ਭਾਈਚਾਰੇ ਲਈ ਉਹ ਵੀ ਇੱਕ ਬੜੀ ਵੱਡੀ ਨਿਊਜ਼ ਸੀ ਜਦੋਂ ਮੈਨੂੰ ਵਰਲਡ ਫਿਟਨੈਸ ਫੈਡਰੇਸ਼ਨ ਨੇ ਜਦੋਂ ਇੰਟਰਨੈਸ਼ਨਲ ਜੱਜ ਕੀਤਾ ਸੀ। ਆਪ ਵਾਸ ਦ ਫਸਟ ਇੰਡੀਅਨ ਆਸਟ੍ਰੇਲੀਅਨ ਜਿਹਨੂੰ ਇਹ ਮਾਣ ਮਿਲਿਆ ਸੀਗਾ ਕਿ ਇੱਕ ਪੱਗ ਬੰਨ੍ਹ ਕੇ ਜੱਜਿੰਗ ਪੈਨਲ ਦੇ ਵਿੱਚ ਬਹਿਣ ਦਾ, ਜਿਹੜਾ ਕਿ ਅਮਰੀਕਾ ਦੇ ਵਿੱਚ ਫਲੋਰੀਡਾ ਦੇ ਵਿੱਚ ਕੰਪੀਟੀਸ਼ਨ ਹੋਇਆ ਸੀ ਮਿਸਟਰ ਯੂਨੀਵਰਸ ਦਾ, ਉਹਦੇ ਵਿੱਚ। ਤੇ ਬਾਕੀ ਨਾਲ ਦੇ ਨਾਲ ਥੋੜਾ ਬਹੁਤਾ ਜਿਹੜਾ ਬਿਜ਼ਨਸ ਦੇ ਵਿੱਚ ਕੀਤਾ ਹੈ, ਤੇ ਮੇਨ ਜਿਹੜੀਆਂ ਅਚੀਵਮੈਂਟਸ ਉਹ ਇਹੀ ਨੇ ਕਿ ਜਿਹੜੀ ਬੋਡੀ ਬਿਲਡਿੰਗ ਦੇ ਵਿੱਚ ਮੈਂ। ਤੇ ਇਸੇ ਦੇ ਨਾਲ ਹੀ ਤੁਸੀਂ ਸਾਨੂੰ ਥੋੜਾ ਜਿਹਾ ਇਹ ਵੀ ਦੱਸੋ ਕਿ ਆਪਣੇ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਕੀ ਕੁਝ ਕਰਦੇ ਜੇ ਫॉर द ਲਿਵਿੰਗ। ਹਾਂਜੀ, ਮੈਂ ਕੁਆਲੀਫਾਈਡ ਨਿਊਟ੍ਰੀਸ਼ਨਿਸਟ ਹਾਂ ਭਾਜੀ, ਕੁਆਲੀਫਾਈਡ ਪਰਸਨਲ ਟ੍ਰੇਨਰ ਹਾਂ, ਤੇ ਮੇਰਾ ਆਪਣਾ ਹੀ ਆਪ ਦਾ ਹੀ ਇੱਕ ਜਿਮ ਹੈ, ਕਾਮਾ 24/7 ਜਿਮ ਟਰਗਨੀਨਾ ਦੇ ਵਿੱਚ, ਤੇ ਸਾਡੀ ਸੈਕੰਡ ਬ੍ਰਾਂਚ ਮੈਲਬੌਰਨ ਦੇ ਵਿੱਚ ਹੀ ਖੁੱਲ ਰਹੀ ਹੈ ਸੂਨ। ਤੇ ਨਾਲ ਦੀ ਨਾਲ ਸਪਲੀਮੈਂਟ ਸਟੋਰ ਹੈ ਮੇਰਾ ਆਪਣਾ, ਕਾਮਾ ਸਪਲੀਮੈਂਟਸ,
ਤੇ ਇੱਕ ਹੁਣ ਸਾਡਾ ਜਿਹੜੀ ਬ੍ਰਾਂਚ ਆ ਉਹ ਕੈਨੇਡਾ ਬਰੈਂਪਟਨ ਦੇ ਵਿੱਚ ਖੁੱਲ ਰਹੀ ਹੈ। ਤੇ ਜਿਹੜਾ ਮੇਨ ਹੈ ਮੇਰਾ ਜਿਹੜਾ ਮੇਨ ਸ਼ੌਂਕ ਹੈ, ਮੇਰਾ ਪ੍ਰੋਫੈਸ਼ਨ ਆ, ਉਹ ਮੇਰਾ ਆਨਲਾਈਨ ਟ੍ਰੇਨਿੰਗ ਹੈ। ਜਿੱਦਾਂ ਸੈਲੀਬ੍ਰਿਟੀਜ਼ ਬੈਕ ਇਨ ਇੰਡੀਆ, ਜੌਨ ਭਾਜੀ ਹੋ ਗਏ, ਆਪਣੇ ਹੋਰ ਪੰਜਾਬ ਦੇ ਕਾਫੀ ਸੈਲੀਬ੍ਰਿਟੀਜ਼ ਆ ਜਿਨ੍ਹਾਂ ਨੂੰ ਮੈਂ ਟ੍ਰੇਨ ਕਰਦਾ। ਤੇ ਨਾਲ ਦੀ ਨਾਲ ਜਿਹੜਾ ਮੈਂ ਆਪਣਾ ਵੀ ਕੀ ਕਹਿੰਦੇ ਹੁੰਦੇ ਪੈਸ਼ਨ ਤੇ ਪ੍ਰੋਫੈਸ਼ਨ ਦੋਨੋਂ ਇਕੱਠੇ ਹੋ ਜਾਂਦੇ ਨਾ, ਉਹਦਾ ਇੱਕ ਨਜ਼ਾਰਾ ਹੀ ਵੱਖਰਾ ਹੈ। ਸੋ ਆਹ ਕੁਛ ਹੈ ਜੀ, ਬਾਈ ਪ੍ਰੋਫੈਸ਼ਨ ਮੈਂ ਕਰ ਰਿਹਾ ਹਾਂ। ਬਿਲਕੁਲ ਠੀਕ। ਤੇ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਚੀਜ਼ ਦੱਸਣਾ ਚਾਹਾਂਗਾ, ਜਿਸ ਤਰੀਕੇ ਨਾਲ ਕਿ ਹਮੇਸ਼ਾ ਹੀ ਮੈਂ ਇਹ ਜ਼ੋਰ ਦਿੰਦਾ ਰਹਿੰਦਾ ਵਾਂ ਕਿ ਤੁਹਾਡੀ ਵੋਟ ਬਹੁਤ ਕੀਮਤੀ ਹੈ, ਤੇ ਤੁਹਾਡੀ ਵੋਟ ਜਿਹੜੀ ਹੈਗੀ ਹੈ ਉਹ ਸ਼ਖਸ, ਉਸ ਕੈਂਡੀਡੇਟ ਨੂੰ ਹੋਣੀ ਚਾਹੀਦੀ ਹੈ ਜਿਹੜਾ ਆਲਰੇਡੀ ਕਮਿਊਨਿਟੀ ਦੇ ਵਿੱਚ ਹੋਵੇ, ਕਮਿਊਨਿਟੀ ਦੇ ਨਾਲ ਆਲਰੇਡੀ ਉਹ ਗੱਲਾਂ ਬਾਤਾਂ ਕਰਦਾ, ਵਿਚਰਦਾ ਹੋਵੇ, ਕਮਿਊਨਿਟੀ ਦੀ ਪ੍ਰੋਬਲਮ ਨੂੰ ਆਲਰੇਡੀ ਸਮਝਦਾ ਹੋਵੇ। ਤੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਤੋਂ ਬਿਹਤਰ ਸ਼ੈਫੀ ਵਾਰਡ ਦੇ ਵਿੱਚ ਕੋਈ ਹੋਰ ਹੋ ਸਕਦਾ ਜਿਨ੍ਹਾਂ ਨੇ ਵਰਲਡ ਲੈਵਲ ਦੇ ਉੱਤੇ ਇਹ ਟਾਈਟਲ ਜਿੱਤੇ ਹੋਣ। ਕਿਉਂਕਿ ਵਰਲਡ ਲੈਵਲ ਟਾਈਟਲ ਜਿੱਤਣ ਦੇ ਲਈ ਤੁਹਾਡੀ ਦਿਸ਼ਾ, ਤੁਹਾਡੀ ਸੋਚ, ਤੁਹਾਡੀ ਮਿਹਨਤ, ਉਹ ਸਾਰੀਆਂ ਚੀਜ਼ਾਂ ਜਦੋਂ ਤੱਕ ਇੱਕ ਨਹੀਂ ਹੁੰਦੀਆਂ ਤੇ ਤੁਸੀਂ ਉਹਨੂੰ ਅਚੀਵ ਨਹੀਂ ਕਰ ਪਾਉਂਦੇ। ਤੇ ਅੱਜ ਜੇਕਰ ਇਹ ਕੌਂਸਲ ਲਈ ਖਲੋਤੇ ਨੇ ਤਾਂ ਤੁਸੀਂ ਇਹਨਾਂ ਦੀ ਦਿਸ਼ਾ, ਇਹਨਾਂ ਦੀ ਸੋਚ ਤੁਸੀਂ ਜਾਣ ਸਕਦੇ ਹੋ ਕੀ ਹੋਵੇਗੀ। ਤੇ ਅਸੀਂ ਜਾਣਦੇ ਹਾਂ ਹੁਣ ਇਹਨਾਂ ਕੋਲੋਂ ਹੀ ਕਿ ਇਹਨਾਂ ਦੀ ਸੋਚ ਕੀ ਹੈ। ਤੁਸੀਂ ਸਭ ਤੋਂ ਪਹਿਲੇ ਤੁਸੀਂ ਆਪਣੇ ਪੋਸਟਾਂ ਦੇ ਵਿੱਚ ਕਹਿੰਦੇ ਜੇ ਕਿ ਹੈਲਦੀ ਵਾਰਡ, ਜਿਹੜਾ ਕਿ ਤੁਸੀਂ ਇਸ ਵਾਰਡ ਨੂੰ ਤੁਸੀਂ ਬਣਾਉਣਾ ਚਾਹੁੰਦੇ ਹੋ ਹੈਲਦੀ, ਉਹਦੇ ਬਾਰੇ ਥੋੜਾ ਜਿਹਾ ਤੁਸੀਂ ਦੱਸੋ ਵੀ ਕਿਸ ਤਰੀਕੇ ਨਾਲ ਤੁਸੀਂ ਸੋਚਦੇ ਕਿ ਅਸੀਂ ਕਿਸ ਤਰੀਕੇ ਨਾਲ ਉਹਨੂੰ ਹੈਲਦੀ ਬਣਾਵਾਂਗੇ। ਬਿਲਕੁਲ ਭਾਜੀ, ਜੇ ਆਪਾਂ ਦੇਖਿਆ ਜਾਵੇ ਪਿਛਲੇ ਆਪਾਂ ਜਿੰਨੀਆਂ ਵੀ ਕਾਉਂਸਲਰ ਬਣੇ ਨੇ ਅੱਜ ਤੱਕ, ਕਾਉਂਸਲ ਦੇ ਵਿੱਚ ਕੋਈ ਵੀ ਹੈਲਥ ਦੇ ਇਸ਼ੂ ਤੇ ਬਹੁਤ ਘੱਟ ਗੱਲ ਹੋਈ ਹੈ, ਜੇ ਹੋਈ ਵੀ ਆ। ਮੇਰਾ ਮੁੱਦਾ, ਮੇਰਾ ਮੰਨਣਾ ਜਿਹੜਾ ਸਾਡਾ ਸਲੋਗਨ ਵੀ ਹੈ ਹੈਲਦੀ ਵਿੰਡਮ। ਸੋ ਸਾਡੀ ਜਿਹੜੀ ਮੇਨ ਜਿਹੜਾ ਸਾਡਾ ਉਹ ਟਾਰਗੇਟ ਹੈ ਉਹ ਇੱਥੇ ਹੀ ਹੈ। ਸਾਡੀ ਜਿਹੜੀ ਕੰਸਨਟ੍ਰੇਸ਼ਨ ਹੈ ਉਹ ਹੈਲਦੀ ਵਿੰਡਮ ਹੈ। ਹੈਲਦੀ ਵਿੰਡਮ ਕਿਵੇਂ ਹੋ ਸਕਦਾ? ਮੇਰਾ ਮੰਨਣਾ ਜੇ ਬੰਦਾ ਸਰੀਰਕ ਤੌਰ ਤੇ ਫਿੱਟ ਹੈ, ਦਿਮਾਗੀ ਤੌਰ ਤੇ ਫਿੱਟ ਹੈ, ਤਾਂ ਬੰਦਾ ਕੁਝ ਵੀ ਕਰ ਸਕਦਾ, ਆਲੇ ਦੁਆਲੇ ਲਈ ਵਧੀਆ ਸੋਚ ਸਕਦਾ, ਆਪਣੇ ਆਪ ਲਈ ਵਧੀਆ ਸੋਚ ਸਕਦਾ। ਸੋ ਤੁਹਾਡਾ ਸਰੀਰਕ ਤੰਦਰੁਸਤੀ ਅੱਜ ਦੀ ਡੇਟ ਦੇ ਵਿੱਚ ਬਹੁਤ ਜ਼ਰੂਰੀ ਆ। ਤੁਸੀਂ ਦੇਖਿਆ ਕਿ ਕੋਵਿਡ ਦੇ ਵਿੱਚ ਨਹੀਂ, ਇਸ ਤੋਂ ਪਹਿਲਾਂ ਵੀ ਜਿਹੜੀਆਂ ਆਪਣੇ ਮੈਂਟਲ ਹੈਲਥ ਦੇ ਇਸ਼ੂ ਹੈ, ਫੈਮਿਲੀ ਇਸ਼ੂ ਹੈ, ਜਿਹੜਾ ਕ੍ਰੀਏਟ ਹੁੰਦਾ ਹੈ, ਮੈਂਟਲੀ ਤੌਰ ਤੇ ਬੰਦੇ ਵੀਕ ਹੋ ਰਹੇ ਆ ਡੇ ਬਾਏ ਡੇ, ਉਹ ਪ੍ਰੋਬਲਮ ਬਹੁਤ ਆ ਰਹੀਆਂ। ਮੈਂ ਤਾਂ ਇਹ ਸੋਚਦਾ ਆਲੇ ਦੁਆਲੇ ਤੁਹਾਡੇ ਜਿੰਨੇ ਮਰਜ਼ੀ ਕੰਮ ਹੋ ਜਾਣ, ਜਦੋਂ ਤੁਸੀਂ ਮੈਂਟਲੀ ਤੌਰ ਤੇ ਸੈੱਟ ਨਹੀਂ ਗਏ, ਤੁਸੀਂ ਉਹ ਕੰਮਾਂ ਕਾਰਾਂ ਦਾ ਤੁਸੀਂ ਕਿਵੇਂ ਉਹਦਾ ਜਿੱਦਾਂ ਲਾਭ ਲੈ ਸਕਦੇ ਹੋ। ਸੋ ਇਸ ਕਰਕੇ ਮੇਰੀ ਇਹੀ ਇੱਕ ਮੇਨ ਪ੍ਰਾਇੋਰਟੀ ਹੈ ਕਿ ਜਿਹੜਾ ਸਾਡਾ ਭਾਈਚਾਰਾ ਆਲੇ ਦੁਆਲੇ ਰਹਿੰਦਾ, ਜਿਹੜੇ ਸਾਡੀ ਕਮਿਊਨਿਟੀ ਆਲੇ ਦੁਆਲੇ ਰਹਿੰਦੀ, ਪਹਿਲਾਂ ਉਹਨੂੰ ਸਰੀਰਕ ਤੇ ਮੈਂਟਲੀ ਤੌਰ ਤੇ ਸੈੱਟ ਕਰੋ, ਫਿਰ ਉਹ ਆਪਣੇ ਬਿਜ਼ਨਸ 'ਚ ਵੀ ਵਧੀਆ ਹੋਣਗੇ, ਆਪਣੇ ਪਰਿਵਾਰਕ ਤੌਰ ਤੇ ਵੀ ਵਧੀਆ ਹੋਣਗੇ, ਆਪਣੇ ਕੰਮਾਂ ਕਾਰਾਂ ਲਈ ਵਧੀਆ ਹੋਣਗੇ। ਉਹਨਾਂ ਦੀ ਸੋਚ ਇੱਕ ਵਧੀਆ ਡਾਇਰੈਕਸ਼ਨ ਦੇ ਵਿੱਚ ਜਾਏਗੀ। ਜੇ ਤੁਸੀਂ ਮੈਂਟਲੀ ਤੌਰ ਤੇ ਵੀਕ ਹੋ ਤਾਂ ਤੁਸੀਂ ਸੋਚਦੇ ਵੀ ਉਸੇ ਹਿਸਾਬ ਦਾ ਹੋ। ਸੋ ਅਸੀਂ ਉਹ ਚੀਜ਼ਾਂ ਦਾ ਫਾਇਦਾ ਤਾਂ ਹੀ ਲੈ ਸਕਦੇ ਹੋ ਜਿਹੜੀਆਂ ਫੈਸਿਲਿਟੀ ਸਾਡੇ ਆਲੇ ਦੁਆਲੇ ਹੋਣਗੀਆਂ, ਜੇ ਅਸੀਂ ਤੰਦਰੁਸਤ ਹੋਵਾਂਗੇ, ਅਸੀਂ ਮੈਂਟਲੀ ਤੌਰ ਤੇ ਤੰਦਰੁਸਤ ਹੋਵਾਂਗੇ। ਸੋ ਉਹਦੇ ਹੀ ਬਾਬਤ ਮੇਰੇ ਪਲਾਨਸ ਨੇ। ਮੈਂ ਪਹਿਲਾਂ ਪਲਾਨ ਕਰਾਂ ਕਿ ਹਰ ਇੱਕ ਪਾਰਕ ਦੇ ਵਿੱਚ ਓਪਨ ਜਿਮ ਸਟੇਸ਼ਨ ਹੋਣੇ ਚਾਹੀਦੇ ਆ, ਕਿ ਜਿੱਥੇ ਅਸੀਂ ਸਾਡੇ ਬਜ਼ੁਰਗ, ਅਸੀਂ ਖੁਦ ਜਦੋਂ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ, ਬੱਚੇ ਆਪਣਾ ਖੇਡ ਲੈਣ, ਅਸੀਂ ਆਪਣਾ ਮੁੜਕਾ ਮੜਕਾ ਕੱਢ ਲਈ। ਜੇ ਅੱਧਾ ਘੰਟਾ ਵੀ ਸਾਡਾ ਲੱਗ ਜਾਂਦਾ ਤਾਂ ਉਹਦੇ ਵਿੱਚ ਸਾਨੂੰ ਇੱਕ ਡਿਫਰੈਂਟ ਤਰ੍ਹਾਂ ਦਾ ਜਿਹੜਾ ਇੱਕ ਫੀਲ ਹੁੰਦਾ ਅੰਦਰੋਂ। ਸਾਡੀ ਹੈਲਥ ਲਈ ਵੀ ਵਧੀਆ ਹੈ, ਸਾਡੇ ਪਰਿਵਾਰ ਲਈ ਵੀ ਵਧੀਆ, ਸਾਡੀ ਸੋਚ ਲਈ ਵੀ ਵਧੀਆ। ਤੇ ਨਾਲ ਨਾਲ ਮੈਂ ਜ਼ਿਕਰ ਕੀਤਾ ਸੀ ਸਾਈਕਲ ਟਰੈਕਸ ਹੋਣੇ ਚਾਹੀਦੇ ਆ। ਸੋ ਇਸ ਏਰੀਏ ਦੇ ਵਿੱਚ ਸਾਈਕਲ ਟਰੈਕਸ ਘੱਟ ਨੇ। ਜੇ ਸਾਈਕਲ ਟਰੈਕਸ ਹੋਣਗੇ, ਸਾਡੀਆਂ ਗੱਡੀਆਂ ਨੂੰ ਆਰਾਮ ਮਿਲੂਗਾ। ਅਸੀਂ ਖੁਦ ਬ ਖੁਦ ਜਦੋਂ ਸਾਈਕਲ ਟਰੈਕ ਸਾਡੇ ਕੋਲ ਹੋਣਗੇ ਆਲੇ ਦੁਆਲੇ, ਅਸੀਂ ਖੁਦ ਬ ਖੁਦ ਸਾਈਕਲ ਲਵਾਂਗੇ, ਆਪਣੇ ਲਵਾਂਗੇ, ਬੱਚਿਆਂ ਲਈ ਲਵਾਂਗੇ, ਤਾਂ ਸਾਡੇ ਜਿਹੜੇ ਬਜ਼ੁਰਗ ਇੰਡੀਆ ਤੋਂ ਆਉਂਦੇ ਆ ਉਹਨਾਂ ਲਈ ਵੀ ਇੱਕ ਐਕਸਰਸਾਈਜ਼ ਦਾ ਉਹ ਸਾਧਨ ਬਣੇਗਾ ਕਿ ਅਸੀਂ ਆਪਣੀ ਜਿਹੜੀ ਵਰਜਿਸ਼ ਆ ਵੀਕਐਂਡ ਤੇ ਜਾਂ ਵੀਕਡੇਜ਼ ਦੇ ਵਿੱਚ ਸ਼ਾਮ ਨੂੰ ਅਸੀਂ 5 ਕਿਲੋਮੀਟਰ, 3 ਕਿਲੋਮੀਟਰ, 4 ਕਿਲੋਮੀਟਰ ਆਪਾਂ ਜੇ ਸਾਈਕਲਿੰਗ ਵੀ ਕਰ ਲਈਏ, ਉਹ ਵੀ ਇੱਕ ਫਿਟਨੈਸ ਦਾ ਬਹੁਤ ਵਧੀਆ ਸਾਧਨ ਹੈ। ਤੇ ਨਾਲ ਨਾਲ ਉਹ ਤੁਹਾਡੇ ਏਰੀਏ ਨੂੰ ਵੀ ਡਿਵੈਲਪ ਕਰਦਾ ਹੈ। ਜਿੱਥੇ ਇੱਦਾਂ ਦੀਆਂ ਫੈਸਿਲਿਟੀਜ਼ ਹੋਣਗੀਆਂ, ਤੁਹਾਡਾ ਏਰੀਆ ਵੀ ਡਿਵੈਲਪ ਹੋਏਗਾ। ਲੋਕ ਉਵੇਂ ਦੇ ਹੀ ਉੱਥੇ ਅਟਰੈਕਟ ਹੋ ਕੇ ਆਉਣਗੇ ਕਿ ਬਾਈ ਉਹਨਾਂ ਦੇ ਉੱਥੇ ਆਹ ਹੈ, ਪਾਰਕਾਂ ਦੇ ਵਿੱਚ ਆਹ ਫੈਸਿਲਿਟੀਜ਼ ਦਿੱਤੀਆਂ ਹੋਈਆਂ, ਜਿਮ, ਓਪਨ ਜਿਮ ਸਟੇਸ਼ਨ ਨੇ, ਸਾਈਕਲ ਟਰੈਕਸ ਨੇ, ਏਰੀਆ ਨਿਕਲਦਾ। ਤੇ ਫਿਰ ਮੇਰਾ ਇੱਕ ਹੋਰ ਸੀਗਾ ਜਿਹਦੇ ਵਿੱਚ ਜਿਹੜਾ ਮੈਂ ਇਸ਼ੂ ਚੁੱਕਿਆ ਸੀਗਾ, ਸਪੋਰਟਸ ਕੰਪਲੈਕਸ। ਹੁਣ ਜਿਹੜਾ ਸਪੋਰਟਸ ਕੰਪਲੈਕਸ ਆ, ਉਹ ਇੱਕ ਸਪੋਰਟਸ ਕੰਪਲੈਕਸ ਨਹੀਂ, ਜੇ ਉਹਨੂੰ ਬਰੀਕੀ ਨਾਲ ਤੁਸੀਂ ਸੋਚੋ, ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਵਧੀਆ ਚੀਜ਼ ਹੈ। ਸਾਡੇ ਬੱਚੇ ਉੱਥੇ ਜਾਣਗੇ, ਉੱਥੇ ਮੈਂਬਰਸ਼ਿਪ ਲੈਣਗੇ। ਕਿਸੇ ਬੱਚੇ ਦਾ ਕੋਈ ਗੁਣ ਹੈ, ਕੋਈ ਹਾਕੀ 'ਚ ਵਧੀਆ, ਕੋਈ ਟੈਨਿਸ 'ਚ ਵਧੀਆ, ਕੋਈ ਬੈਡਮਿੰਟਨ 'ਚ ਵਧੀਆ, ਉਹ ਬੱਚਾ ਉੱਥੋਂ ਨਿਕਲ ਕੇ ਸਟੇਟ ਲਈ ਜਾ ਸਕਦਾ, ਬੱਚਾ ਉੱਥੋਂ ਨਿਕਲ ਕੇ ਨੈਸ਼ਨਲ ਲਈ ਜਾ ਸਕਦਾ, ਬੱਚਾ ਨਿਕਲ ਕੇ ਇੰਟਰਨੈਸ਼ਨਲ ਲਈ ਜਾ ਸਕਦਾ। ਤੇ ਜਿਹੜਾ ਮਾਣ ਉੱਚਾ ਹੋਣਾ ਹੈ, ਉਹ ਸਾਡੇ ਭਾਈਚਾਰੇ ਦਾ ਹੀ ਹੋਣਾ, ਪੂਰੇ ਦਾ ਹੋਣਾ, ਪੂਰੇ ਆਸਟ੍ਰੇਲੀਆ ਦਾ ਹੋਣਾ। ਸਪੋਰਟਸ ਕੰਪਲੈਕਸ ਹੋਏਗਾ ਏਰੀਆ ਦੇ ਵਿੱਚ, ਏਰੀਏ ਦਾ ਮਾਣ ਵਧੇਗਾ। ਉੱਥੇ ਉਵੇਂ ਦੀ ਜਿਹੜੀ ਹੈ ਜਨਰੇਸ਼ਨ, ਉੱਥੇ ਉਵੇਂ ਦੀ ਜਿਹੜੀ ਹੈ ਆਪਣੀ ਕਰਾਊਡ ਆ, ਉਹ ਮੂਵ ਹੋਣਾ ਸਟਾਰਟ ਹੋਏਗੀ।
ਉਹਦੇ ਨਾਲ ਸਾਡਾ ਲੋਕਲ ਬਿਜ਼ਨਸ ਡਿਵੈਲਪ ਹੋਣਗੇ। ਜਿੰਨਾ ਕਰਾਊਡ ਜ਼ਿਆਦਾ ਆਏਗਾ, ਟ੍ਰੈਫਿਕ ਜ਼ਿਆਦਾ ਆਏਗਾ, ਲੋਕਲ ਬਿਜ਼ਨਸ ਡਿਵੈਲਪ ਹੋਣਗੇ, ਤੁਹਾਡੀ ਡਿਵੈਲਪਮੈਂਟ ਨਾਲ ਏਰੀਆ ਦੀ ਵੀ ਡਿਵੈਲਪਮੈਂਟ ਹੋਈ, ਤੁਹਾਡੇ ਘਰਾਂ ਦੇ ਰੇਟ ਅਪ ਜਾਣਗੇ। ਤੇ ਇੱਕ ਇਹਦੇ ਵਿੱਚ ਹੋਰ ਬਹੁਤ ਵੱਡੀ ਗੱਲ ਹੈ, ਜਿੱਥੇ ਤੁਸੀਂ ਵੀ ਦੇਖ ਲਓ ਜਿਹੜੇ ਏਰੀਏ ਦੇ ਵਿੱਚ ਇਹੋ ਜਿਹੀਆਂ ਫੈਸਿਲਿਟੀਆਂ ਜਿਹੜੀਆਂ ਸਪੋਰਟਸ ਨਾਲ ਰਿਲੇਟਡ ਆ ਜਾਂ ਤੁਹਾਡੇ ਸਰੀਰਕ ਜਾਂ ਦਿਮਾਗੀ ਤੌਰ ਤੇ ਡਿਵੈਲਪਮੈਂਟ ਨਾਲ ਰਿਲੇਟਡ ਆ, ਉੱਥੇ ਕ੍ਰਾਈਮ ਬਹੁਤ ਘੱਟ ਹੁੰਦਾ। ਉੱਥੇ ਉਹਨਾਂ ਦੇ ਬੰਦੇ ਮੂਵ ਕਰਦੇ ਆ ਜਿਹੜੀ ਉਹ ਚੀਜ਼ਾਂ ਨੂੰ ਪਸੰਦ ਕਰਦੇ ਆ। ਸੋ ਆਪਾਂ ਹਮੇਸ਼ਾ ਹੀ ਸੋਚਦੇ ਹਾਂ ਕਿੱਥੇ ਸਕੂਲ ਵਧੀਆ, ਕਿੱਥੇ ਕਿਹੜੀਆਂ ਫੈਸਿਲਿਟੀਜ਼ ਵਧੀਆ, ਕਿ ਸਾਡੇ ਆਉਣ ਵਾਲੇ ਭਵਿੱਖ ਲਈ ਕਿਹੜੀ ਚੀਜ਼ ਜਿੱਥੇ ਵਧੀਆ ਅਸੀਂ ਉੱਥੇ ਮੂਵ ਹੋਈਏ। ਸੋ ਮੈਂ ਵੀ ਚਾਹੁੰਦਾ ਕਿ ਸਾਡੀ ਵਿੰਡਮ ਦੇ ਵਿੱਚ ਐਦਾਂ ਦੀ ਜਿਹੜੀਆਂ ਫੈਸਿਲਿਟੀਆਂ ਹੋਣ ਜਿਹੜੇ ਸਾਨੂੰ ਸਰੀਰਕ ਤੰਦਰੁਸਤੀ ਲਈ ਵੀ ਵਧੀਆ ਹੋਣ, ਸਾਡੀ ਮੈਂਟਲ ਤੰਦਰੁਸਤੀ ਲਈ ਵਧੀਆ ਹੋਣ, ਸਾਡੇ ਬਿਜ਼ਨਸ ਲਈ ਵਧੀਆ ਹੋਣ ਤੇ ਸਾਡੇ ਆਉਣ ਵਾਲੀ ਜਨਰੇਸ਼ਨ ਲਈ ਵੀ ਵਧੀਆ ਹੋਣ। ਤੁਸੀਂ ਬਹੁਤ ਸੋਹਣਾ ਆਨਸਰ ਦਿੱਤਾ। ਤੁਸੀਂ ਆਲਮੋਸਟ ਉਹ ਸਾਰੀਆਂ ਚੀਜ਼ਾਂ ਕਵਰ ਕਰ ਦਿੱਤੀਆਂ ਜਿਹੜੀਆਂ ਮੇਰੇ ਪੁੱਛਣ ਵਾਲੀਆਂ ਹਨ। ਮਗਰ ਮੈਂ ਇਹਦੇ ਵਿੱਚ ਇੱਕ ਚੀਜ਼ ਹੋਰ ਕਹਿਣਾ ਚਾਹਾਂਗਾ। ਜਿਸ ਤਰੀਕੇ ਨਾਲ ਤੁਸੀਂ ਕਿਹਾ ਨਾ, ਇਹਦਾ ਕੁੱਲ ਮਿਲਾ ਕੇ ਨਿਚੋੜ ਤੇ ਇਹੋ ਹੀ ਨਿਕਲਦਾ, ਜਾਨ ਹੈ ਤਾਂ ਜਹਾਨ ਹੈ। ਤੇ ਤੁਸੀਂ ਜ਼ਿਆਦਾਤਰ ਜ਼ੋਰ ਦੇ ਰਹੇ ਕਿ ਬੰਦੇ ਦੀ ਜਾਨ ਹੋਣੀ ਬਹੁਤ ਜ਼ਰੂਰੀ ਹੈ, ਜਾਨ ਬਿਹਤਰ ਹੋਣੀ ਬਹੁਤ ਜ਼ਰੂਰੀ ਹੈ। ਬਿਲਕੁਲ ਉਹੀ ਗੱਲ ਹੈ ਜਿਸ ਕਹਿੰਦਾ, ਇਹ ਤੁਸੀਂ ਸਿਆਣਿਆਂ ਦੀਆਂ ਗੱਲਾਂ ਕਹੀਆਂ ਨੇ, ਜਾਨ ਹੈ ਤਾਂ ਜਹਾਨ ਹੈ, ਹੈਲਥ ਇਜ਼ ਵੈਲਥ। ਸੋ ਇਹ ਸਾਰੀ ਗੱਲ ਉੱਥੋਂ ਹੀ ਮੁੱਕਦੀ ਹੈ। ਮੈਂ ਤਾਂ ਉਹੀ ਕਹਿੰਦਾ ਕਿ ਜੇ ਬੰਦਾ ਤੰਦਰੁਸਤ ਹੀ ਨਹੀਂ ਹੈ, ਉਹ ਬੰਦਾ ਨਾ ਤਾਂ ਕਿਸੇ ਚੀਜ਼ ਦਾ ਲਾਭ ਲੈ ਸਕਦਾ, ਨਾ ਉਹਨੂੰ ਇੰਜੋਏ ਕਰ ਸਕਦਾ। ਫੈਮਿਲੀ 'ਚ ਵੀ ਲੜਾਈ ਤੜਾਈ, ਬਾਹਰ ਵੀ ਲੜਾਈ ਤੜਾਈ, ਉਹ ਨੈਗੇਟਿਵਿਟੀ ਉਹਨਾਂ ਵੱਧਦੀ ਹੈ। ਜਦੋਂ ਬੰਦਾ ਸਰੀਰਕ ਤੇ ਮੈਂਟਲੀ ਤੌਰ ਤੇ, ਦਿਮਾਗੀ ਤੌਰ ਤੇ ਤੰਦਰੁਸਤ ਹੈ, ਬੰਦਾ ਜਦੋਂ ਬੰਦਾ ਪੋਜ਼ਿਟਿਵ ਹੋ ਜਾਂਦਾ ਹੈ, ਬੰਦੇ ਦੀ ਸੋਚ ਆਟੋਮੈਟਿਕਲੀ ਬਦਲ ਜਾਂਦੀ ਹੈ। ਸੋਚ ਬਦਲਦੀ ਹੈ, ਤੁਹਾਡਾ ਆਲਾ ਦੁਆਲਾ ਬਦਲਦਾ ਹੈ। ਆਲਾ ਦੁਆਲਾ ਬਸ ਤੁਸੀਂ ਸਵਰਗ 'ਚ ਬੈਠੇ ਹੋ। ਐਗਜ਼ੈਕਟਲੀ, ਬਿਲਕੁਲ ਠੀਕ। ਤੇ ਇਹ ਜਿਹੜੀ ਤੁਹਾਡੀ ਸੋਚ ਹੈ, ਮੈਂ ਇਹ ਆਪਣੇ ਦਰਸ਼ਕਾਂ ਲਈ ਪੁੱਛਣਾ ਚਾਹਾਂਗਾ ਕਿ ਇਹ ਸਿਰਫ ਸ਼ੈਫੀਵਰਡ ਲਈ ਕਿ ਜਾਂ ਪੂਰੀ ਦੀ ਪੂਰੀ ਵਿੰਡਮ ਕੌਂਸਲ ਲਈ ਹੈ? ਨਹੀਂ ਭਾਈ, ਇਹ ਮੇਰੀ, ਜੇ ਤੁਸੀਂ ਮੇਰੇ ਫੇਸਬੁੱਕ ਪੇਜ ਤੇ ਵੀ ਜਾ ਕੇ ਦੇਖੋ, ਮੈਂ ਤਾਂ ਫ੍ਰੀ ਆਫ ਕਾਸਟ ਇਦਾਂ ਦੀਆਂ ਵੀਡੀਓ ਪਾਉਂਦਾ ਰਹਿੰਦਾ। ਉਹ ਪੂਰੇ ਵਰਲਡ ਲਈ ਜਾਂਦੀਆਂ, ਪੂਰੇ ਭਾਈਚਾਰੇ ਲਈ ਜਾਂਦੀਆਂ। ਸੋ ਇਹਦੇ ਵਿੱਚ ਚਲੋ ਮੈਨੂੰ ਸ਼ੈਫੀਵਰਡ ਦੇ ਵਿੱਚ ਉਤਰਨ ਦਾ ਮੌਕਾ ਮਿਲਿਆ, ਪਰ ਜਿੰਨਾ ਵੀ ਏਰੀਆ ਸਾਡਾ ਆਲੇ ਦੁਆਲੇ ਆਉਂਦਾ ਹੈ, ਪੂਰੀ ਕੌਂਸਲ ਆਉਂਦੀ ਹੈ, ਉਹਦੇ ਵਿੱਚ ਹੈਰੀਸਨ ਵਾਰਡ ਆ ਜਾਂਦੇ, ਰਾਮੂ ਆ ਜਾਂਦਾ, ਉਹ ਸਭ ਲਈ ਕਰਾਂਗਾ। ਮੈਂ ਤਾਂ ਇਹ ਵੀ ਚਾਹੁੰਦਾ ਕਿ ਜਿਹੜੇ ਕੰਮ ਅਸੀਂ ਕਰੀਏ, ਬਾਕੀ ਕੌਂਸਲਾਂ ਵੀ ਉਹਦੇ ਤੋਂ ਦੇਖਣ ਕਿ ਭਾਈ ਕੀ ਨਵਾਂ ਹੋ ਸਕਦਾ, ਕੀ ਇਸ ਪਾਸੇ ਨੂੰ ਆਪਾਂ ਰੁਝਾਨ ਦੇ ਸਕਦੇ ਹਾਂ, ਤਾਂ ਜੋ ਸਾਰਿਆਂ ਦਾ ਇੱਕ ਤਰ੍ਹਾਂ ਦਾ ਜਿਹੜਾ ਸਰੀਰਕ ਤੇ ਦਿਮਾਗੀ ਜਿਹੜਾ ਭਲਾ ਹੋ ਸਕੇ। ਠੀਕ। ਜੇਕਰ ਹੁਣ ਥੋੜਾ ਜਿਹਾ ਆਪਾਂ ਟੈਕਨੀਕਲ ਪੁਆਇੰਟ ਦੇ ਉੱਤੇ ਆਈਏ ਕਿ ਆਪਣੀ ਕੌਂਸਲ ਦੇ ਵਿੱਚ ਕੀ ਚੀਜ਼ਾਂ ਆਉਣ ਵਾਲੀਆਂ ਜਾਂ ਕੀ ਚੀਜ਼ਾਂ ਬਾਰੇ ਅਸੀਂ ਸੋਚਦੇ ਹਾਂ, ਤੇ ਤੁਹਾਡੇ ਉਧਰ ਵੈਸਟ ਗੇਟ ਦਾ ਜਿਹੜਾ ਕਿ ਹੁਣ ਇੱਕ ਨਵਾਂ ਮੁੱਦਾ ਚੱਲਦਾ ਪਿਆ ਹੈ ਕਿ ਵੈਸਟ ਗੇਟ ਜਿਹੜਾ ਟਰਨਲ ਬਣਦਾ ਪਿਆ, ਉਹਦੀ ਜਿਹੜੀ ਮਿੱਟੀ ਹੈਗੀ ਹੈ, ਉਹ ਹੁਣ ਕਹਿ ਰਹੇ ਨੇ ਕਿ ਉਹ ਮਿੱਟੀ ਚੁੱਕ ਕੇ ਉਹ ਡੰਪ ਕਰਨਗੇ ਵਿੰਡਮ ਦੇ ਵਿੱਚ। ਤੇ ਤੁਸੀਂ ਇਹਦੇ ਨਾਲ ਸਹਿਮਤ ਜੇ ਕਿ ਤੁਸੀਂ ਐਗਰੀ ਹੁੰਦੇ ਕਿ ਉਹ ਕਰ ਸਕਦੇ ਨੇ, ਕਿ ਜਾਂ ਤੁਸੀਂ ਸਮਝਦੇ ਕਿ ਨਹੀਂ, ਇਹ ਨਹੀਂ ਹੋਣ ਦਿੱਤੀ ਜਾਏਗੀ? ਕਿਸ ਤਰੀਕੇ, ਕਿਸ ਸਾਈਡ ਵੱਲੋਂ? ਮੈਂ 101% ਸਹਿਮਤ ਨਹੀਂ ਹਾਂ ਇਸ ਚੀਜ਼ ਦੇ ਨਾਲ, ਕਿਉਂਕਿ ਅਸੀਂ ਆਪਣੇ ਆਲੇ ਦੁਆਲੇ ਹੈਲਦੀ এনवायरमेंट ਅਸੀਂ ਕਰਨਾ। ਅਸੀਂ ਉਹ ਜ਼ਹਿਰ ਆਪਣੇ ਏਰੀਆ ਵਿੱਚ ਲਿਆ ਕੇ ਅਸੀਂ ਨਹੀਂ ਉਹਨੂੰ ਕਰ ਸਕਦੇ, ਕਿਉਂਕਿ ਜੇ ਟੈਕਨੀਕਲੀ ਦੇਖੀਏ ਉਹ ਬਹੁਤ ਡੇਂਜਰਸ ਹੈ ਸਾਡੇ ਲਈ, ਉਹ ਸਹੀ ਨਹੀਂ ਹੈ ਸਾਡੀ ਸਿਹਤ ਲਈ, ਸਾਡੇ ਆਪਣੇ ਲਈ। ਉਹ ਲੇਟਰ ਔਨ ਉਹਦੇ ਸਾਈਡ ਇਫੈਕਟ ਨਿਕਲਣਗੇ। ਸੋ ਇਸ ਕਰਕੇ ਅਸੀਂ ਆਪਣੇ ਏਰੀਏ 'ਚ ਜਿਹੜਾ ਉਹ ਸੋਲ ਆ ਰਹੀ ਹੈ, ਉਹਦੇ ਬਿਲਕੁਲ ਅਗੇਂਸਟ ਆ। ਤਾਂ 1% ਵੀ ਉਹਦੇ ਤੇ ਅਸੀਂ ਐਗਰੀ ਨਹੀਂ ਹਾਂ। ਬਿਲਕੁਲ ਠੀਕ। ਤੇ ਇੱਕ ਹੁਣ ਅੱਜ ਕੱਲ ਹੋਰ ਵੀ ਮੁੱਦਾ ਚੱਲਦਾ ਪਿਆ ਪ੍ਰੈਫਰੈਂਸ ਵੋਟ ਨੂੰ ਲੈ ਕੇ। ਹਾਂਜੀ, ਪ੍ਰੈਫਰੈਂਸ ਵੋਟ ਨੂੰ, ਜਿਹੜੀ ਕਿ ਹੈ ਤੇ ਉਹ ਲੀਗਲ ਹੈ। ਤੁਸੀਂ ਹੁਣ ਤੁਹਾਡੇ ਸੋਚ ਮੁਤਾਬਕ ਲੀਗਲ ਹੈ ਕਿ ਜਾਂ ਨਹੀਂ ਲੀਗਲ ਹੈ? ਕਿਉਂਕਿ ਕਈ ਕਾਉਂਸਲਰ ਜਿਹੜੇ ਹੈਗੇ ਨੇ, ਜੇ ਕਈ ਕੈਂਡੀਡੇਟ ਕਵਾਂਗਾ, ਸੋਰੀ, ਕਿ ਜਿਹੜੇ ਉਹ ਆਪਣੀਆਂ ਪੋਸਟਾਂ ਦੇ ਵਿੱਚ ਇਸ ਨੂੰ ਚੀਟਿੰਗ ਸਮਝਦੇ ਨੇ, ਉਹ ਲਿਖਦੇ ਨੇ ਚੀਟਿੰਗ ਹੈ। ਤੇ ਤੁਸੀਂ ਕੀ ਸਮਝਦੇ ਹੋ ਕਿ ਤੁਹਾਡੀ ਸੋਚ ਮੁਤਾਬਕ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿ ਇਹ ਲੀਗਲ ਹੈ, ਚੀਟਿੰਗ ਹੈ, ਕੀ ਹੈ? ਨਹੀਂ ਦੇਖੋ ਜੀ, ਇਹ ਇੱਕ ਜਿਹੜਾ ਪ੍ਰੋਸੈਸ ਹੈ, ਇੱਕ ਲੀਗਲ ਪ੍ਰੋਸੈਸ ਹੈ ਪ੍ਰੈਫਰੈਂਸਸ ਦਾ, ਠੀਕ ਹੈ ਜੀ। ਇਹ ਹਰ ਕੋਈ ਕਰਦੇ ਨੇ, ਜਿੰਨੇ ਵੀ ਪਹਿਲੇ ਕਾਉਂਸਲਰ ਬਣੇ ਨੇ ਉਹ ਵੀ ਕਰਦੇ ਨੇ। ਹਾਂ, ਕੁਛ ਕੁ ਕਾਉਂਸਲਰ, ਜਿੱਦਾਂ ਹੁਣ ਕੋਈ ਡੰਮੀ ਕੈਂਡੀਡੇਟ ਖੜਾ ਕਰਦਾ ਹੈ, ਉਹ ਇੱਕ ਬਹੁਤ ਗਲਤ ਪ੍ਰੋਸੈਸ ਹੈ, ਠੀਕ ਹੈ ਜੀ। ਹੁਣ ਇੱਕ ਤੁਹਾਨੂੰ ਜਦੋਂ ਤੁਸੀਂ ਇਲੈਕਸ਼ਨ ਦੇ ਵਿੱਚ ਮੈਦਾਨ 'ਚ ਉਤਰਦੇ ਹੋ, ਤੁਹਾਨੂੰ ਬੰਦੇ ਦੀਆਂ ਗਤੀਵਿਧੀਆਂ ਤੋਂ ਪਤਾ ਲੱਗ ਜਾਂਦਾ ਹੈ ਬੰਦਾ ਵਾਕਿਆ ਹੀ ਕੁਛ ਕਰਨ ਲਈ ਉਤਰਿਆ, ਜਾਂ ਡਰਾਮੇਬਾਜ਼ੀ ਕਰਨ ਲਈ ਉਤਰਿਆ, ਜਾਂ ਲੋਕਾਂ ਦੇ ਅਗੇਂਸਟ ਕਿੰਤੂ ਪਰੰਤੂ ਕਰਨ ਲਈ ਉਤਰਿਆ। ਮੇਰਾ ਤਾਂ ਇੱਕੋ ਹੀ ਸਟਾਈਲ ਹੈ ਜੀ ਲਾਈਫ ਦਾ, ਆਪਣੇ ਆਪ ਤੇ ਕਨਸੈਂਟਰੇਟ ਕਰੋ, ਆਪਣੇ ਆਪ ਤੇ ਕੰਮ ਕਰੋ। ਡੋਂਟ ਲਿਸਨ ਟੂ ਐਨੀਵਨ ਐਲਸ, ਕਿ ਜਿਹੜੀ ਨੈਗੇਟਿਵਿਟੀ ਲੋਕ ਫੈਲਾ ਰਹੇ ਆ ਕਿ ਨਹੀਂ ਹੈ, ਉਹਨਾਂ ਵੱਲ ਕਨਸੈਂਟਰੇਟ ਕਰਨ ਦੀ ਲੋੜ ਨਹੀਂ ਹੈ। ਪ੍ਰੈਫਰੈਂਸਿਸ ਹੁੰਦੀਆਂ ਹੈ, ਡੈਫੀਨਿਟਲੀ ਹੁੰਦੀਆਂ, ਇੱਕ ਲਾਅ ਆ। ਹੁਣ ਜੇ ਤੁਸੀਂ ਲੋਕਾਂ ਨੂੰ ਦੱਸੋਗੇ ਨਾ ਪ੍ਰੈਫਰੈਂਸ ਕੀ ਆ, ਲੋਕ ਕੀ ਆ, ਕਈ ਵਾਰੀ ਵੋਟ ਖਰਾਬ ਕਰ ਦਿੰਦੇ। ਤੁਸੀਂ ਆਪਣਾ ਹੀ ਦੱਸੀ ਜਾਓ, ਮੈਨੂੰ ਇੱਕ ਪਾ ਦਿਓ,
ਬਾਕੀ ਜਿਹਨੂੰ ਮਰਜ਼ੀ ਤੁਸੀਂ ਪਾਓ, ਮੈਂ ਉਹਦੀ ਕੇਅਰ ਨਹੀਂ ਕਰਦਾ, ਠੀਕ ਹੈ ਜੀ। ਉਹਦੇ ਵਿੱਚ ਹੁਣ ਕੀ ਹੈ, ਤੁਹਾਨੂੰ ਇੱਕ ਪਾ ਕੇ ਤੇ ਬਾਕੀ ਕਈ ਵਾਰੀ ਲੋਕ ਬਲੈਂਕ ਛੱਡ ਦਿੰਦੇ ਨੇ, ਉਹ ਨਹੀਂ ਪਾਉਂਦੇ। ਉਹ ਆਪਣੇ ਵੋਟਰਸ ਨੇ, ਉਹਨਾਂ ਨੂੰ ਇਹ ਐਜੂਕੇਟ ਕੀਤਾ ਜਾਣਾ ਚਾਹੀਦਾ ਕਿ ਜਿਹੜੀ ਵੋਟ ਹੁੰਦੀ ਹੈ, ਤੁਸੀਂ ਆਪਣੇ ਚਾਹੀਦੇ ਜਿਹੜੇ 5 ਨੇ ਪਹਿਲੇ ਤੁਹਾਡੀ ਜਿਹੜੀ ਪ੍ਰੈਫਰੈਂਸ ਆਉਂਦੇ ਆ, ਉਹਨਾਂ ਨੂੰ ਉਹਦੀ ਕੈਪੇਬਿਲਿਟੀ ਦੇ ਹਿਸਾਬ ਨਾਲ ਤੁਸੀਂ ਦੇ ਸਕਦੇ ਹੋ। ਤਾਂ ਜੋ ਕੀ ਹੈ ਕਿ ਪ੍ਰੈਫਰੈਂਸ ਦੇ ਆਧਾਰ ਤੇ ਹੀ ਕਾਫੀ ਜਿਹੜੇ ਕਾਉਂਸਲਰ ਆ ਨਿਯੁਕਤ ਹੁੰਦੇ ਆ। ਪ੍ਰੈਫਰੈਂਸ ਇੱਕ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਬਾਕੀ ਪਤਾ ਕੀ ਹੁੰਦਾ ਭਾਜੀ, ਇਹਦੇ ਵਿੱਚ ਇਹ ਦੇਖਿਆ ਮੈਂ, ਉਹ ਕਹਿੰਦੇ ਹੁੰਦੇ ਹੱਥ ਨਾ ਪਹੁੰਚੇ ਥੂ ਕੌੜੀ ਵਾਲਾ ਕੰਮ ਹੋ ਜਾਂਦਾ। ਮੈਂ ਤਾਂ ਕਹਿੰਦਾ ਜਿਹੜਾ ਪ੍ਰੋਸੈਸ ਬਣਿਆ ਉਹਦੇ ਬਿਹਾਫ ਤੇ ਚੱਲਦੇ, ਕਿਵੇਂ ਗਲਤ ਹੋ ਸਕਦਾ। ਹੁਣ ਜੇ ਤੁਸੀਂ ਆਪ ਨਹੀਂ ਕਰਨਾ, ਤੁਸੀਂ ਦੂਜਿਆਂ ਨੂੰ ਉਹਦੇ ਦੁਆਰਾ ਭੜਕਾਈ ਜਾਣਾ ਕਿ ਗਲਤ ਪ੍ਰੋਸੈਸ ਹੈ, ਹਾਊ ਕੁਡ ਬੀ ਰੋਂਗ, ਜਦੋਂ ਪ੍ਰੋਸੈਸ ਬਣਿਆ ਹੀ ਇੱਕ ਲਾਅ ਦੇ ਅੰਡਰ ਹੈ, ਲਾਅ ਦੇ ਅੰਡਰ ਹੈ, ਚੱਲਦਾ ਹੈ। ਹੁਣ ਫੋਰ ਐਗਜ਼ਾਮਪਲ ਸਾਡੀ ਵਾਰਡ ਦੇ ਵਿੱਚ 24 ਪਰਸਨ ਖੜੇ ਨੇ। ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ। ਹੁਣ ਹਰ ਇੱਕ ਨੂੰ 24 ਨੰਬਰ ਹੀ ਦੇਣੇ ਪੈਣੇ ਆ। ਇਹ ਤਾਂ ਫਿਰ ਉਹ ਕੰਮ ਹੋ ਗਿਆ, ਪਹਿਲਾਂ ਮੈਨੂੰ ਦੇ ਦਿਓ, ਦੂਜਾ ਤੁਸੀਂ 1 2 3 4 5 6 7 8 ਏਦਾਂ ਤੁਸੀਂ ਲਾਈਨ ਚ ਲਾ ਦਿਓ। ਉਹ ਤਾਂ ਫਿਰ ਕੋਈ ਵਜ੍ਹਾ ਨਹੀਂ ਹੋਈ, ਤੁਸੀਂ ਆਪ ਆਊਟ ਹੋ ਗਏ। ਹੁਣ ਸੈਕੰਡ ਕੈਂਡੀਡੇਟ ਜਿਹੜਾ ਵੋਟਰ ਹੈ ਉਹਦੇ ਹਿਸਾਬ ਨਾਲ ਨਹੀਂ ਆਇਆ ਤਾਂ ਉਹ ਗਲਤ ਗੱਲ ਹੋ ਗਈ। ਸੋ ਵੋਟਰ ਨੂੰ ਸੋਚ ਸਮਝ ਕੇ, ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਪਹਿਲਾਂ ਦਿਓ ਮੈਨੂੰ ਦੂਜਾ ਦਿਓ, ਸੋਚ ਸਮਝ ਕੇ ਜਿਹਨੂੰ ਪਹਿਲਾਂ ਉਹ ਲੱਗਦਾ ਕਿ ਇਹ ਬੰਦਾ ਡਿਜ਼ਰਵਿੰਗ ਹੈ ਉਹਨੂੰ ਦਿਓ, ਦੂਸਰਾ ਲੱਗਦਾ ਇਹ ਬੰਦਾ ਹੈ ਇਹ ਵੀ ਕੁਝ ਕਰ ਸਕਦਾ ਉਹਨੂੰ ਦੂਸਰਾ ਦਿਓ, ਫਿਰ ਤੀਸਰਾ ਦਿਓ, ਫਿਰ ਚੌਥਾ ਦਿਓ। ਤੁਹਾਨੂੰ 24 ਤੱਕ ਉਹ ਨੰਬਰ ਦੇਣੇ ਹੀ ਪੈਣੇ ਆ। ਕਈ ਵੇਲੇ ਕੀ ਹੁੰਦਾ ਕਿ ਲੋਕਾਂ ਕੋਲ ਕੋਈ ਹੁੰਦਾ ਹੀ ਨਹੀਂਗਾ, ਕੋਈ ਉਹਨਾਂ ਨੂੰ ਨਹੀਂ ਪਤਾ ਹੁੰਦਾ, ਉਹ ਸਿੱਧਾ ਹੀ ਦੇਣਾ ਸਟਾਰਟ ਕਰ ਦਿੰਦੇ 1 2 3 4 5 6 7 ਸਿਰਫ ਫਾਈਨ ਤੋਂ ਬਚਣ ਲਈ। ਸੋ ਮੈਂ ਇਹ ਕਹਿੰਦਾ ਕਿ ਸੋਚ ਨਾ ਵੋਟ ਪਾਓ, ਤੁਹਾਡੀ ਵੋਟ ਦੀ ਬਹੁਤ ਵੱਡੀ ਕੀਮਤ ਹੈ, ਬਹੁਤ ਕੀਮਤ। ਜੋ ਲਾਅ ਬਣਿਆ ਉਹਦੇ ਹਿਸਾਬ ਨਾਲ ਤੁਸੀਂ ਵੋਟ ਪਾਓ, ਕਿਸੇ ਦੇ ਕਹੇ ਤੇ ਨਾ ਪਾਓ। ਤੁਸੀਂ ਜਿਹੜਾ ਤੁਹਾਡਾ ਕੈਂਡੀਡੇਟ ਤੁਹਾਨੂੰ ਲੱਗਦਾ ਉਹ ਡਿਜ਼ਰਵਿੰਗ ਹੈ ਉਹਨੂੰ ਪਹਿਲਾ ਦਿਓ, ਦੂਸਰਾ ਦਿਓ, ਤੀਸਰਾ ਦਿਓ, ਚੌਥਾ ਦਿਓ। ਤੇ ਜਿਸ ਤਰੀਕੇ ਨਾਲ ਹੁਣ ਪੈਂਡੈਮਿਕ ਚੱਲ ਰਿਹਾ ਹਜੇ ਤੱਕ, ਅਸੀਂ ਵਿਕਟੋਰੀਆ ਚ ਤੇ ਗੱਲ ਕਰ ਹੀ ਸਕਦੇ ਹਾਂ ਕਿ ਚੱਲ ਹੀ ਰਿਹਾ, ਤੇ ਅਨਇੰਪਲੋਇਮੈਂਟ ਕਾਫੀ ਵਧੀ ਹੈ ਪੂਰੇ ਵਿਕਟੋਰੀਆ ਦੇ ਵਿੱਚ ਹੀ। ਤੁਹਾਡੇ ਜ਼ਹਿਨ ਚ ਕੁਝ ਇਹੋ ਜਿਹੀ ਚੀਜ਼ ਹੋਵੇ ਕਿ ਤੁਸੀਂ ਯੂਥ ਲਈ ਕੀ ਕਰਨਾ ਚਾਹ ਰਹੇ ਹੋ ਕਿ ਅਨਇੰਪਲੋਇਮੈਂਟ ਕਰੇ ਤੇ ਉਹਨਾਂ ਨੂੰ ਥੋੜੀਆਂ ਜੌਬਸ ਦਾ ਕੁਝ ਬੈਨੀਫਿਟ ਵਗੈਰਾ ਕੁਝ ਇਦਾਂ ਦੇ ਮਿਲਣ, ਕੀ ਹੈ ਤੁਹਾਡੇ ਦਿਮਾਗ ਚ ਕੋਈ ਪਲਾਨ? ਸਭ ਤੋਂ ਪਹਿਲਾਂ ਤੇ ਜੀ ਇਹ ਜਿਹੜੀ ਭੀੜ ਆਈ ਹੈ ਪੂਰੇ ਵਰਲਡ ਤੇ ਆਈ ਹੈ, ਠੀਕ ਹੈ ਜੀ। ਇਹਦੇ ਤੇ ਐਂਡ ਆਫ ਦਾ ਡੇ ਉਹੀ ਗੱਲ ਆ ਜਾਂਦੀ ਹੈ, ਜਿਹੜੀਆਂ ਗਵਰਨਮੈਂਟਸ ਆਪਣੇ ਆਧਾਰ ਤੇ ਕੁਝ ਕਰ ਰਹੀਆਂ ਉਹ ਤਾਂ ਕਰਨਗੀਆਂ, ਬੈਨੀਫਿਟਸ ਦੇਣਗੀਆਂ, ਕਰਨਗੀਆਂ। ਇਹਦੇ ਵਿੱਚ ਗੱਲ ਉਹੀ ਆ ਜਾਂਦੀ ਹੈ ਯੂ ਵਰਸਸ ਯੂ। ਤੁਹਾਨੂੰ ਆਪਣੇ ਆਪ ਨੂੰ ਸਟਰੋਂਗ ਕਰਨਾ ਪੈਣਾ, ਜਿਹੜਾ ਯੂਥ ਵੀ ਹੈ ਜਾਂ ਸਾਡੇ ਵੱਡੇ ਵੀਰ ਨੇ, ਭੈਣਾਂ ਨੇ, ਤੁਹਾਨੂੰ ਆਪਣੇ ਆਪ ਨੂੰ ਸਟਰੋਂਗ ਕਰਨਾ ਪੈਣਾ ਹੈ। ਸੋ ਜਿਹੜੇ ਤੁਸੀਂ ਸੋਰਸਿਸ ਬਣਾਉਣੇ ਨੇ, ਜਿਹੜੇ ਅਪਰਚੁਨਿਟੀਜ਼ ਲੈਣੀਆਂ ਉਹ ਤੁਸੀਂ ਖੁਦ ਲੈਣੀਆਂ। ਮੈਂ ਤਾਂ ਇਹੀ ਸਾਰਿਆਂ ਨੂੰ ਕਹਿੰਦਾ ਆਪਣੇ ਆਪ ਨੂੰ ਦਿਮਾਗੀ ਤੌਰ ਤੇ ਸਟਰੋਂਗ ਰੱਖੋ, ਦਿਮਾਗੀ ਤੌਰ ਤੇ ਵੀਕ ਨਾ ਹੋਣ ਦਿਓ, ਕਿਉਂਕਿ ਜੇ ਤੁਸੀਂ ਦਿਮਾਗੀ ਤੌਰ ਤੇ ਵੀਕ ਹੋ ਗਏ, ਜਿਹੜੀਆਂ ਅਪਰਚੁਨਿਟੀ ਥੋੜ੍ਹੀਆਂ ਬਹੁਤੀਆਂ ਤੁਸੀਂ ਕ੍ਰੀਏਟ ਕਰ ਸਕਦੇ ਹੋ ਉਹ ਵੀ ਨਿਕਲ ਜਾਣਗੀਆਂ। ਹੁਣ ਤੁਸੀਂ ਦੇਖਿਆ ਫੋਰ ਐਗਜ਼ਾਮਪਲ, ਮੈਂ ਦੇਖਦਾ ਕਾਫੀ ਲੋਕ ਹੈ ਉਹਨਾਂ ਨੇ ਆਪਣੇ ਜਿਹੜੇ ਪ੍ਰੋਫੈਸ਼ਨ ਨੂੰ ਚੇਂਜ ਕੀਤਾ, ਆਪਣਾ ਜਿੱਦਾਂ ਆਨਲਾਈਨ ਸਿਸਟਮ ਸਟਾਰਟ ਕਰ ਲਿਆ, ਕੋਈ ਨਾ ਕੋਈ ਮਤਲਬ ਕੀ ਆ ਆਪਣੀ ਸੋਚ ਦੇ ਹਿਸਾਬ ਨਾਲ, ਆਪਣੀ ਕੈਪੇਬਿਲਿਟੀ ਦੇ ਹਿਸਾਬ ਨਾਲ ਉਹ ਹੱਥ ਪੈਰ ਮਾਰ ਰਹੇ ਨੇ। ਬਾਕੀ ਗਵਰਨਮੈਂਟ ਵੀ ਹੈਲਪ ਕਰ ਰਹੀ ਹੈ, ਚਲੋ ਜੌਬ ਕੀਪਰ ਲੱਗਿਆ ਹੋਇਆ ਸੀਗਾ ਆਪਣਾ, ਜਿੰਨਾ ਵੀ ਹੈਲਪ ਗਵਰਨਮੈਂਟ ਤੋਂ ਹੋ ਰਹੀ ਹੈ। ਪਰ ਇਹਦੇ ਵਿੱਚ ਮੈਂ ਤਾਂ ਇੱਕੋ ਹੀ ਸੁਨੇਹਾ ਦੇਣਾ ਚਾਹੁੰਦਾ, ਜਿਹੜੀ ਕੰਟਰੀ 'ਚ ਅਸੀਂ ਬੈਠੇ ਹਾਂ ਤੁਹਾਡਾ ਕਿਸੇ ਨਾਲ ਧੱਕਾ ਨਹੀਂ ਹੁੰਦਾ, ਬਟ ਤੁਸੀਂ ਆਪਣੇ ਆਪ ਨੂੰ ਸਟਰੋਂਗ ਰੱਖਣਾ, ਆਪਣਾ ਮਾਈਂਡ ਸਟਰੋਂਗ ਰੱਖਣਾ। ਜਦ ਤੱਕ ਤੁਸੀਂ ਸਟਰੋਂਗ ਹੋ ਅਪਰਚੁਨਿਟੀਜ਼ ਆਉਂਦੀਆਂ ਰਹਿਣਗੀਆਂ ਤੇ ਜਾਂਦੀਆਂ ਰਹਿਣਗੀਆਂ, ਬਟ ਤੁਹਾਡਾ ਸਟਰੋਂਗ ਹੋਣਾ ਬਹੁਤ ਜ਼ਰੂਰੀ। ਹਾਂਜੀ, ਮੈਂ ਇਹਦੇ ਵਿੱਚ ਇੱਕ ਇਹ ਵੀ ਸੋਚਦਾ, ਤੁਸੀਂ ਮੇਰੀ ਵੀਡੀਓ ਦੇਖੀ ਹੋਗੀ, ਮੈਂ ਟੈਫ ਬਾਰੇ ਗੱਲ ਕੀਤੀ ਸੀ ਕਿ ਮੈਂ ਟੈਫ ਆਪਣੇ ਏਰੀਆ 'ਚ ਲੈ ਕੇ ਆਉਣਾ ਚਾਹੁੰਦਾ, ਸਟੇਟ ਗਵਰਨਮੈਂਟ ਨਾਲ ਮਿਲ ਕੇ ਜੋ ਵੀ ਸਾਡੀ ਐਡਵੋਕੇਸੀ ਹੋਏਗੀ ਕਿ ਜੇ ਟੈਫ ਸਾਡੇ ਏਰੀਆ ਦੇ ਵਿੱਚ ਆਉਂਦਾ ਹੈ ਤਾਂ ਉਹਦੇ ਨਾਲ ਜਿਹੜਾ ਸਾਡਾ ਯੰਗ ਯੂਥ ਹੈ ਉਹਦੇ ਲਈ ਜੌਬ ਅਪਰਚੁਨਿਟੀਜ਼ ਵਧਣਗੀਆਂ, ਉਹਨਾਂ ਨੂੰ ਰਾਈਟ ਡਾਇਰੈਕਸ਼ਨ ਮਿਲੇਗੀ, ਇੱਕ ਸੇਧ ਮਿਲੇਗੀ। ਸੋ ਉਹ ਵੀ ਇੱਕ ਬਹੁਤ ਵੱਡਾ ਜਿਹੜਾ ਰੋਲ ਅਦਾ ਕਰੇਗੀ। ਸੋ ਜੇ ਮੈਂ ਇਲੈਕਟ ਹੁੰਦਾ ਤਾਂ ਮੈਂ ਇਹਦੇ ਉੱਤੇ 101% ਆਪਣੇ ਆਪ ਨੂੰ ਮੂਹਰੇ ਰੱਖ ਕੇ, ਤਾਂ ਜਿੱਦਾਂ ਗਵਰਨਮੈਂਟ ਦੇ ਜੋ ਵੀ ਇਹਦੀਆਂ ਕ੍ਰਾਈਟੇਰੀਆ ਹੈਗਾ ਉਹਦੇ ਤੇ ਅਸੀਂ ਜ਼ੋਰ ਪਾ ਕੇ ਕੌਂਸਲ ਵੱਲੋਂ ਇਹ ਵੀ ਅਸੀਂ ਇੱਕ ਸਟੈਪ ਚੁੱਕਣਾ ਚਾਹੁੰਦੇ ਹਾਂ ਕਿ ਸਾਡਾ ਏਰੀਆ ਕਿਉਂਕਿ ਬਹੁਤ ਛੇਤੀ ਗਰੋ ਹੋ ਰਿਹਾ ਤੇ ਸਾਰੀ ਯੰਗ ਜਨਰੇਸ਼ਨ ਹੈ ਇੱਥੇ, ਤੇ ਅਸੀਂ ਆਪਣੇ ਏਰੀਆ ਦੇ ਵਿੱਚ ਇੱਕ ਜਿਹੜਾ ਅਸੀਂ ਟੈਫ ਦਾ ਉਹ ਲੈ ਕੇ ਆਉਣ 'ਚ ਜੇ ਕਾਮਯਾਬ ਹੁੰਦੇ ਹਾਂ ਤਾਂ ਅਸੀਂ ਬਹੁਤ ਹੱਦ ਤੱਕ ਇਸ ਜਿਹੜੀ ਅਨਐਮਪਲੋਇਮੈਂਟ ਆ ਉਹਦੇ ਤੇ ਅਸੀਂ ਕਾਬੂ ਪਾ ਸਕਦੇ ਹਾਂ। ਤੁਸੀਂ ਇਹ ਬਹੁਤ ਵਧੀਆ ਆਨਸਰ ਦਿੱਤਾ, ਕਿਉਂਕਿ ਜਿਹੜੇ ਯੂਥ ਸੁਣ ਰਹੇ ਹੋਣਗੇ ਉਹਨਾਂ ਨੂੰ ਕੋਈ ਉਮੀਦ ਹੋਏਗੀ ਕੋਈ ਐਸਾ ਕਾਉਂਸਲਰ ਵੀ ਆ ਰਿਹਾ ਹੈ ਕਿ ਜਿਹਨੇ ਜੌਬਸ ਕ੍ਰੀਏਟ ਕਰਨ ਬਾਰੇ ਸੋਚਦਾ। ਨਹੀਂ ਕਿ ਹਜੇ ਤੱਕ ਜਿੰਨੀਆਂ ਅਸੀਂ ਇੰਟਰਵਿਊ ਵੀ ਕੀਤੀਆਂ ਜਾਂ ਜਿਨ੍ਹਾਂ ਨੂੰ ਅਸੀਂ ਮਿਲੇ ਹਾਂ, ਜ਼ਿਆਦਾਤਰ ਲੋਕ ਦੀ ਜਿਹੜੇ ਸੋਚਦੇ ਨੇ ਸੇਫਟੀ ਨੂੰ, ਸਫਾਈ ਨੂੰ, ਇਹਨਾਂ ਚੀਜ਼ਾਂ ਨੂੰ ਲੈ ਕੇ
ਮਗਰ ਜਿਹੜਾ ਅਨਇੰਪਲੋਇਮੈਂਟ ਬਾਰੇ ਸੋਚਣਾ ਉਹ ਓਬੀਅਸ ਸਾਨੂੰ ਪਤਾ ਕਿ ਉਹ ਤੁਹਾਡੇ ਦਾਇਰੇ 'ਚ ਨਹੀਂ ਹੈ, ਮਗਰ ਤੁਸੀਂ ਗੌਰਮੈਂਟ ਨਾਲ ਮਿਲ ਕੇ ਐਡਵੋਕੇਸੀ ਦੇ ਰਾਹੀਂ ਤੁਸੀਂ ਕੋਸ਼ਿਸ਼ ਕਰੋਗੇ, ਇਹ ਬੜੀ ਵੱਡੀ ਚੀਜ਼ ਹੈਗੀ ਹੈ। ਤੇ ਹੁਣ ਅਸੀਂ ਥੋੜਾ ਜਿਹਾ ਅਗਲੇ ਪਾਸੇ ਆਈਏ ਟੈਕਨੀਕਲ ਪੁਆਇੰਟ ਦੇ ਉੱਤੇ। ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਿਹੜਾ ਕੈਂਡੀਡੇਟ ਸਾਡੇ ਲਈ ਖੜਾ ਹੋਣ ਜਾ ਰਿਹਾ ਜਾਂ ਖੜਾ ਹੈਗਾ ਵਾ ਜਾਂ ਕੌਂਸਲਰ ਬਣਨ ਜਾ ਰਿਹਾ, ਉਹਨੂੰ ਕੌਂਸਲਰ ਬਾਰੇ ਕਿੰਨੀ ਕੁ ਨੌਲੇਜ ਹੈ, ਉਹ ਆਪਣੇ ਵਾਰਡ ਬਾਰੇ ਕਿੰਨੀ ਕੁ ਨੌਲੇਜ ਹੈ। ਜੇ ਇਹਦੇ ਤੇ ਮੈਂ ਤੁਹਾਡੇ ਕੋਲ 2-3 ਸਵਾਲ ਲਵਾਂ, ਤੇ ਸਭ ਤੋਂ ਪਹਿਲਾ ਸਵਾਲ ਇਹ ਹੈਗਾ ਕਿ ਤੁਹਾਡੇ ਜਿਹੜੇ ਇਲਾਕੇ ਦੇ ਵਿੱਚ ਤੁਹਾਡੀ ਕੌਂਸਲ ਦੇ ਵਿੱਚ ਮੀਟਿੰਗ ਜਿਹੜੀ ਹੁੰਦੀ ਹੈ ਉਹ ਮਹੀਨੇ 'ਚ ਕਿੰਨੀਆਂ ਮੀਟਿੰਗ ਹੁੰਦੀਆਂ ਤੇ ਕਿਹੜੇ ਦਿਨ ਹੁੰਦੀ? ਹਾਂਜੀ, ਜਿੱਦਾਂ ਜਿਹੜੀ ਕੌਂਸਲ ਦੇ ਹੁੰਦੇ ਆ, ਜਿਹੜੇ ਮੀਟਿੰਗਸ ਦਾ ਕੀ ਮਤਲਬ ਹੁੰਦਾ, ਉੱਥੋਂ ਫੈਸਲੇ ਆਪਣੇ ਲੈਂਦੇ ਨੇ ਤੇ ਉਹਨਾਂ ਤੇ ਜਿਹੜਾ ਇੱਕ ਆਪਣਾ ਮੁੱਦਾ ਰੱਖਦੇ ਨੇ। ਫਿਰ ਉਹ ਜਿਹੜੀ ਸੁਲਹ ਸੰਮਤੀ ਨਾਲ ਜਿਹੜੀ ਜਿਹੜੇ 11 ਕੌਂਸਲਰ ਹੋਣਗੇ ਉਹਨਾਂ ਦੇ ਨਾਲ ਫਿਰ ਉਹ ਮੁੱਦਾ ਜਿਹੜਾ ਪਾਸ ਕੀਤਾ ਜਾਂਦਾ। ਜਿਹੜੀ ਮੇਜਰ ਮੀਟਿੰਗ ਹੁੰਦੀ ਹੈ ਉਹ ਮਹੀਨੇ ਵਿੱਚ ਇੱਕ ਵਾਰੀ ਹੁੰਦੀ ਹੈ ਜੀ, ਤੇ ਸਾਡੀ ਜਿਹੜੀ ਵਿੰਡਮ ਸਿਟੀ ਕੌਂਸਲ ਹੈ ਉਹਦੇ ਵਿੱਚ ਟਿਊਜ਼ਡੇ ਦੇ ਵਿੱਚ ਹੁੰਦੀ ਹੈ, ਤੇ ਕਰੀਬ 7 ਤੋਂ 10 ਵਜੇ ਤੱਕ ਉਹਦਾ ਜਿਹੜੀ 3 ਘੰਟਿਆਂ ਦੀ ਉਹਦੀ ਜਿਹੜੀ ਟਾਈਮ ਡਿਊਰੇਸ਼ਨ ਹੁੰਦੀ ਹੈ। ਤੇ ਨਾਲ ਇੱਕ ਆਰਡੀਨਰੀ ਨਾਰਮਲ ਮੀਟਿੰਗ ਵੀ ਹੁੰਦੀ ਹੈ, ਉਹ ਫੋਰਟਨਾਈਟ ਹੁੰਦੀ ਹੈ, ਇੱਕ ਉਹ ਹੁੰਦੀ ਹੈ, ਤੇ ਇੱਕ ਟੋਟਲ 2 ਮੀਟਿੰਗਸ ਹੁੰਦੀਆਂ। ਪਰ ਜਿਹੜੀ ਮੇਜਰ ਮੀਟਿੰਗ ਹੈ ਉਹ ਜਿਹੜੀ ਮੰਥ ਦੇ ਵਿੱਚ ਹੈ ਉਹ ਇੱਕੋ ਵਾਰੀ ਹੁੰਦੀ ਹੈ, ਜਿਹਦੇ ਵਿੱਚ ਫੈਸਲੇ ਲਏ ਜਾਂਦੇ ਆ ਕੀ ਅਸੀਂ ਕਰਨਾ ਕੀ ਨਹੀਂ, ਜੋ ਵੀ ਪਲੈਨਿੰਗ ਦੇ ਉੱਤੇ ਫੈਸਲੇ ਲਏ ਜਾਂਦੇ ਉਹ ਮਹੀਨੇ 'ਚ ਇੱਕ ਵਾਰੀ ਹੁੰਦੀ ਹੈ, ਟਿਊਜ਼ਡੇ ਹੁੰਦੀ ਹੈ, ਤੇ 3 ਘੰਟੇ ਤੋਂ ਉਹਦੀ ਜਿਹੜੀ ਟਾਈਮ ਡਿਊਰੇਸ਼ਨ ਹੁੰਦੀ ਹੈ ਜੀ। ਥੋੜਾ ਜਿਹਾ ਤੁਹਾਨੂੰ ਹੋਰ ਜਾਣ ਲਈਏ ਕਿ ਜਿਹੜਾ ਕੌਂਸਲ ਦਾ ਸੀਓ ਹੀ ਹੈਗਾ, ਉਹਨੂੰ ਕੌਣ ਅਪਾਇੰਟ ਕਰਦਾ? ਇਹ ਤਾਂ ਮੈਨੂੰ ਲੱਗਦਾ ਮੈਂ ਪੇਪਰਾਂ 'ਚ ਬਹਿ ਗਿਆ। ਚੱਕਰ ਇਹ ਹੈਗਾ ਕਿ ਇਸ ਵਾਰੀ ਕੁਝ ਵਾਰਡ ਦੇ ਵਿੱਚ ਇਹੋ ਜਿਹੇ ਕੈਂਡੀਡੇਟ ਖੜੇ ਨੇ ਜਿਨ੍ਹਾਂ ਨੂੰ ਕੌਂਸਲ ਦਾ ਦਰਵਾਜ਼ਾ ਉਹਨਾਂ ਨੇ ਨਹੀਂ ਦੇਖਿਆ ਹੋਇਆ। ਲਿਟਰਲੀ ਉਹ ਲੋਕ ਜਿਹੜੇ ਕਿ ਜਿਨ੍ਹਾਂ ਨੂੰ ਆਂਢੀ ਗਵਾਂਢੀ ਨੂੰ ਪੁੱਛਦਾ ਕਿ ਇਸ ਬੰਦੇ ਨੂੰ ਅਸੀਂ ਕਦੀ ਨਹੀਂ ਦੇਖਿਆ, ਇਹ ਬੰਦਾ ਕੈਂਡੀਡੇਟ ਖੜਾ। ਤੇ ਅਸੀਂ ਚਾਹੁੰਦੇ ਹਾਂ ਕਿ ਆਪਣੇ ਦਰਸ਼ਕਾਂ ਨੂੰ ਇਹ ਜ਼ਰੂਰ ਪਤਾ ਚੱਲੇ ਕਿ ਜਿਹੜਾ ਸਾਡਾ ਕੈਂਡੀਡੇਟ ਹੈਗਾ ਉਹਨੂੰ ਨੌਲੇਜ ਹੈਗੀ, ਉਹ ਅਵੇਅਰ ਹੈਗਾ, ਖਾਸ ਕਰਕੇ ਕਿ ਉਹ ਇਹਨਾਂ ਦੇ ਵਿੱਚ ਪਾਰਟਿਸਿਪੇਟ ਆਲਰੇਡੀ ਜਾਂ ਕਰ ਰਿਹਾ ਜਾਂ ਉਹ ਕਮ ਸੇ ਕਮ ਨੌਲੇਜ ਇਸ ਚੀਜ਼ ਦੀ ਰੱਖਦਾ ਵੀ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਕੀ ਚੀਜ਼ਾਂ ਕਰਨੀਆਂ ਨੇ। ਇਸ ਕਰਕੇ ਹੀ ਜਾਣਨਾ ਚਾਹੁੰਦੇ ਹਾਂ। ਬਿਲਕੁਲ ਤੁਹਾਡੀ ਸਹੀ ਗੱਲ ਹੈ। ਜਿਹੜੇ ਰਾਸਤੇ ਤੁਸੀਂ ਜਾਣਾ, ਜਿਹੜਾ ਮੁਕਾਮ ਤੁਸੀਂ ਹਾਸਲ ਕਰਨਾ, ਉਹ ਰਾਸਤੇ ਬਾਰੇ ਤੁਹਾਡਾ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਸੋ ਦੈਟਸ ਗੁੱਡ ਕੁਐਸਚਨ। ਇਹਦਾ ਜਿਹੜਾ ਭਾਜੀ ਜਿਹੜੇ 11 ਕਾਉਂਸਲਰ ਸਾਡੇ ਚੋਣ ਹੋਣਗੇ ਵਿੰਡਮ ਸਿਟੀ ਕਾਉਂਸਲ ਤੋਂ, ਉਹ ਜਿਹੜਾ ਸਾਡਾ ਸੀਓ ਉਹਨੂੰ ਨਿਯੁਕਤ ਕਰਦੇ ਆ। ਸੀਓ ਇੱਕ ਗਵਰਨਮੈਂਟ ਦਾ ਬੰਦਾ ਹੁੰਦਾ, ਤੋ ਉਹਨੂੰ ਜਿਹੜੇ ਉਹ 11 ਕਾਉਂਸਲਰ ਖੁਦ ਨਿਯੁਕਤ ਕਰਦੇ। ਉਹਨਾਂ ਦੀ ਮੀਟਿੰਗ, ਉਹਨਾਂ ਦੀ ਆਪਣੀ ਵੋਟਿੰਗ ਹੁੰਦੀ ਹੈ, ਉਹਦੇ ਹਿਸਾਬ ਨਾਲ ਉਹ ਨਿਯੁਕਤ ਹੁੰਦਾ ਜੀ। ਤੇ ਕੌਂਸਲ ਦੀ ਪ੍ਰੋਸੀਡਿੰਗ ਬਾਰੇ ਕੁਝ ਦੱਸ ਪਾਓਗੇ ਥੋੜਾ ਜਿਹਾ? ਕਿੱਦਾਂ ਮਤਲਬ? ਕੌਂਸਲ ਦੀ ਪ੍ਰੋਸੀਡਿੰਗ ਮਤਲਬ ਕਿ ਕੌਂਸਲ ਕਿਸ ਤਰੀਕੇ ਨਾਲ ਆਪਣੇ ਕੰਮਾਂ ਨੂੰ ਕਿਸ ਤਰੀਕੇ ਨਾਲ ਪ੍ਰੋਸੀਡ ਕਰਦੀ ਹੈ? ਕੌਂਸਲ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਜੀ, ਜਿਹੜੇ 11 ਕਾਉਂਸਲਰ ਹੈ ਉਹਨਾਂ ਦੀ ਆਪਸ 'ਚ ਜਿਹੜੀ ਰਜਾਮੰਦੀ ਹੁੰਦੀ ਹੈ। ਜਿਹੜਾ ਸੀਓ ਹੈ, ਸੀਓ ਨੇ ਉਹਦੇ ਵਿੱਚ ਜਿਹੜਾ ਮੁੱਦਾ, ਜਿਹੜਾ ਕੋਈ ਵੀ ਪਲਾਨ ਆਊਟ ਕਰਨਾ, ਆਲੇ ਦੁਆਲੇ ਤੁਹਾਡੀ ਕੋਈ ਵੀ ਜਿਹੜੀ ਚੀਜ਼ ਆ ਨਵੀਂ ਇੱਥੇ ਲੈ ਕੇ ਆਣੀ ਹੈ, ਕੁਛ ਵੀ ਲਾ ਲਓ ਤੁਸੀਂ, ਜਿਹੜਾ ਆਪਣੇ ਏਰੀਆ ਦੇ ਵਿੱਚ ਤੇ ਕੁਛ ਲੈ ਕੇ ਆਣੀ ਹੈ, ਉਹ ਜਿਹੜਾ ਮੀਟਿੰਗ ਦੇ ਵਿੱਚ ਉਹ ਜਿਹੜਾ ਮੁੱਦਾ ਰੱਖਦੇ ਨੇ, ਉਹਦੇ ਉੱਤੇ ਫਿਰ 11 ਕਾਉਂਸਲਰ ਹੈ ਜਿਹੜੇ ਅੱਗੇ, ਉਹ ਆਪਣੀ ਆਪਣੀ ਉਹਨਾਂ ਦੀ ਜਿਹੜੀ ਉਹਨਾਂ ਦੀ ਸਹਿਮਤੀ ਹੋਣੀ ਬਹੁਤ ਜ਼ਰੂਰੀ ਹੈ। ਉਹੀ ਗੱਲ ਹੈ ਕਿ ਜਿਹੜੀ ਬਹੁਮਤ ਕਹਿ ਦਿੰਦੇ ਆਪਾਂ ਪੰਜਾਬੀ ਦੇ ਵਿੱਚ, ਜਦੋਂ ਆ ਜਾਂਦੀ ਹੈ ਵੀ ਬਹੁਮਤ ਕਹਿੰਦੀ ਹੈ ਕਿ ਆਹ ਪਾਰਕ ਦੇ ਵਿੱਚ ਆ ਓਪਨ ਜਿਮ ਹੋਣੇ ਚਾਹੀਦੇ ਆ, ਤਾਂ ਫਿਰ ਉਹ ਤੇ ਐਕਸ਼ਨ ਹੁੰਦਾ ਉਹਦੇ ਬਾਅਦ। ਸੋ ਇਸ ਕਰਕੇ ਇਸ ਤਰ੍ਹਾਂ ਕੌਂਸਲ ਕੰਮ ਕਰਦੀ ਹੈ। ਕਿਸੇ ਇੱਕ ਬੰਦੇ ਦੀ ਪਾਵਰ ਨਹੀਂ ਹੈ, ਇਹ ਕਿਸੇ ਇੱਕ ਬੰਦੇ ਦੇ ਹੱਥ ਨਹੀਂ ਹੈ। ਇਹ ਵੀ ਨਹੀਂ ਹੈ ਕਿ ਜੇ ਬੰਦਾ ਕਹਿੰਦਾ ਵੀ ਮੇਅਰ ਬਣ ਗਿਆ, ਮੇਅਰ ਦੇ ਹੱਥ ਵੱਸ ਸਾਰਾ ਕੁਛ ਹੈ, ਨਹੀਂ, ਏਦਾਂ ਨਹੀਂ ਹੁੰਦਾ। ਹੱਥ ਵੱਸ ਉਹ 11 ਦੇ ਕੌਂਸਲਰਾਂ ਦੇ ਵਿੱਚ ਹੀ ਹੈ। ਕਿਉਂਕਿ ਹੁਣ ਮੇਰਾ ਸੋਚਣਾ ਇਹ ਹੈ ਕਿ ਇਹ ਮੈਟਰ ਨਹੀਂ ਕਰਦਾ ਕੋਈ ਕਿਹੜੀ ਪਾਰਟੀ ਤੋਂ ਬਿਲੋਂਗ ਕਰਦਾ, ਕਿਹੜੀ ਪਾਰਟੀ ਤੋਂ ਬਿਲੋਂਗ ਕਰਦਾ। ਜਿਹੜੇ ਤੁਸੀਂ ਅਗਾਂਹ ਵਧੂ ਕੰਮ ਨੇ, ਉਹਨਾਂ ਨੂੰ ਪਤਾ ਕਿ ਸਾਡੇ ਏਰੀਆ ਦੀ ਡਿਵੈਲਪਮੈਂਟ ਹੋ ਗਈ, ਸਾਡੇ ਲਈ ਭਲਾਈ ਦਾ ਕੰਮ ਹੈ, ਸਾਡੇ ਜਿਹੜਾ ਆਲੇ ਦੁਆਲੇ ਜਿਹੜੇ ਸਾਡੇ ਕਮਿਊਨਿਟੀ ਦੇ ਲੋਕ ਰਹਿੰਦੇ ਨੇ ਉਹਨਾਂ ਲਈ ਵਧੀਆ ਕੰਮ ਹੈ ਇੱਕ, ਤਾਂ ਉਹ ਉਹਦੇ ਤੇ ਸਹਿਮਤੀ ਹੁੰਦੀ ਹੀ ਹੁੰਦੀ ਹੈ। ਸੋ ਬਟ ਇਹ ਹੈ ਕਿ ਤੁਹਾਡੇ ਆਈਡੀਆਜ਼ ਕਿਵੇਂ ਆ, ਕਿਵੇਂ ਦੇ ਤੁਸੀਂ ਮੁੱਦੇ ਲੈ ਕੇ ਆਉਂਦੇ ਹੋ, ਕਿਵੇਂ ਦੀ ਤੁਹਾਡੀ ਵਿਚਾਰਧਾਰਾ ਹੈ, ਉਹਦੇ ਤੇ ਡਿਪੈਂਡ ਹੁੰਦਾ ਹੈ। ਬਿਲਕੁਲ ਠੀਕ, ਬਹੁਤ ਵਧੀਆ। ਕਿਉਂਕਿ ਜਿਹੜਾ ਇਹ ਤੁਸੀਂ ਲਾਸਟ ਆਨਸਰ ਦਿੱਤਾ ਵਾ ਨਾ, ਇਹਦੇ ਨਾਲ ਸਾਡੇ ਇਹ ਜਿਹੜੇ ਖਾਸ ਕਰਕੇ ਵਿੰਡਮ ਦੇ ਲੋਕਾਂ ਨੂੰ ਇੰਨਾ ਜ਼ਰੂਰ ਇਹ ਪਤਾ ਚੱਲੇਗਾ ਕਿ ਜਿਹੜਾ ਸਾਡਾ ਕੈਂਡੀਡੇਟ ਹੈਗਾ ਉਹ ਕਿੰਨੀ ਨੌਲੇਜ ਰੱਖਦਾ ਪ੍ਰੋਸੀਡਿੰਗ ਦਾ। ਕਿਉਂਕਿ ਆਮ ਤੌਰ ਦੇ ਉੱਤੇ ਕੈਂਡੀਡੇਟ ਨੂੰ ਉਹਨਾਂ ਨੇ ਕਦੀ ਮੀਟਿੰਗ ਅਟੈਂਡ ਨਹੀਂ ਕੀਤੀ ਹੁੰਦੀ, ਕਿਉਂਕਿ ਇਹ ਮੀਟਿੰਗ ਦਾ ਸਮਾਂ ਹੁੰਦਾ 3 ਘੰਟੇ। 3 ਘੰਟੇ ਉੱਥੇ ਬੈਠ ਕੇ, ਜਾਂ ਅੱਜ ਕੱਲ੍ਹ ਤੇ ਆਨਲਾਈਨ ਮੀਟਿੰਗ ਹੁੰਦੀਆਂ, ਉਹਨਾਂ ਨੂੰ ਸੁਣਨਾ ਕਿਸੇ ਨੇ ਕਦੀ ਵੀ ਇਹ ਅਟੈਂਡ ਨਹੀਂ ਕੀਤੀ ਹੁੰਦੀ। ਬਹੁਤ ਸਾਰੀਆਂ ਸਾਡੀਆਂ ਇੱਦਾਂ ਦੀਆਂ ਇੰਟਰਵਿਊ ਹੁੰਦੀਆਂ ਜਦੋਂ ਉਹਨਾਂ ਨੂੰ ਇਸ ਚੀਜ਼ ਬਾਰੇ ਪੁੱਛਿਆ ਜਾਂਦਾ ਤੇ ਕੋਸ਼ਿਸ਼ ਕਰਦੇ ਨੇ ਕਿ ਉਹ ਇਹਨਾਂ ਨੂੰ ਅਵੋਇਡ ਕੀਤਾ ਜਾਏ। ਤੁਸੀਂ ਬਹੁਤ ਖੂਬਸੂਰਤ ਆਨਸਰ ਦਿੱਤੇ ਨੇ ਇਹਨਾਂ ਦੇ,
ਤੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਡੇ ਵਿੰਡਮ ਵਾਰਡ, ਖਾਸ ਕਰਕੇ ਤੁਹਾਡੇ ਸ਼ੈਫੀ ਵਾਰਡ ਵਾਲਿਆਂ ਦੀ, ਕਿ ਉਹਨਾਂ ਦੀ ਉਮੀਦ ਜਿਹੜੀ ਹੈਗੀ ਹੈ ਉਹ ਤੁਹਾਡੇ ਤੋਂ ਪੂਰੀ ਹੋਏਗੀ, ਜਾਂ ਜਿਹੜੇ ਵੀ ਉਹਨਾਂ ਦੇ ਮਸਲੇ ਹੈਗੇ ਨੇ ਉਹ ਤੁਸੀਂ ਸੁਣੋਗੇ, ਅੱਗੇ ਲੈ ਕੇ ਜਾਓਗੇ। ਤੇ ਸ਼ੈਫੀ ਵਾਰਡ ਵਾਲਿਆਂ ਨੂੰ ਵੀ ਮੈਂ ਇਹ ਚਾਹਾਂਗਾ ਕਿ ਇਹ ਕਹਿਣਾ ਕਿ ਇਸ ਤੋਂ ਵਧੀਆ ਹਜੇ ਤੱਕ ਮੈਂ ਇਹ ਲਿਟਰਲੀ ਔਨ ਕੈਮਰਾ ਕਹਿ ਰਿਹਾ ਕਿ ਕੋਈ ਵੀ ਇੰਟਰਵਿਊ, ਕੋਈ ਵੀ ਕੈਂਡੀਡੇਟ, ਕੋਈ ਵੀ ਇਦਾਂ ਦਾ ਨਹੀਂ ਜਿਨ੍ਹਾਂ ਨੇ ਇਹ ਸਾਰੇ ਦੇ ਸਾਰੇ ਸਵਾਲ, ਜਿਹਦੇ ਚੋਂ ਇੱਕ ਵੀ ਇਦਾਂ ਨਾ ਕਿਹਾ ਹੋਵੇ ਕਿ ਇਹਨੂੰ ਛੱਡ ਦਿੱਤਾ ਜਾਵੇ ਤੇ ਇਹਨੂੰ ਗਾਂਹ ਪਾ ਦਿੱਤਾ ਜਾਏ, ਇਹਦੇ ਬਾਰੇ ਅਗਲੀ ਵਾਰੀ ਕਰਾਂਗੇ। ਨਹੀਂ ਭਾਜੀ, ਬਹੁਤ ਖੂਬਸੂਰਤ। ਉਮੀਦ ਕਰਦਾ ਕਿ ਤੁਹਾਨੂੰ ਸ਼ੈਫੀ ਵਾਰਡ ਵਾਲੇ ਸਾਰੇ ਹੌਸਲੇ ਨਾਲ, ਜਿਸ ਤਰੀਕੇ ਨਾਲ ਤੁਸੀਂ ਸਭ ਦੀ ਕੌਮ ਦਾ, ਇਹ ਕਹਾਂਗਾ ਪੂਰੇ ਆਸਟ੍ਰੇਲੀਆ ਦਾ ਮਾਣ ਵਧਾਇਆ, ਤੇ ਉਹ ਤੁਹਾਨੂੰ ਆਪਣਾ ਕੈਂਡੀਡੇਟ ਬਣਾ ਕੇ ਉਹਨਾਂ ਦਾ ਵੀ ਮਾਣ ਵਧੇਗਾ ਇਸੇ ਚੀਜ਼ ਨਾਲ ਵੀ। ਸੋ ਤੁਹਾਡਾ ਸਾਡੇ ਨਾਲ ਜੁੜਨ ਲਈ, ਆਪਣਾ ਫਰੈਂਡਸ ਚੈਨਲ ਨਾਲ ਜੁੜਨ ਲਈ ਤੇ ਇਹ ਦਰਸ਼ਕਾਂ ਦੇ ਰੂਬਰੂ ਹੋਣ ਲਈ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਗੁੱਡ ਲੱਕ ਭਾਜੀ ਤੁਹਾਡੀ ਇਸ ਮੁਹਿੰਮ ਲਈ। ਧੰਨਵਾਦ ਪੂਰੀ ਟੀਮ ਦਾ, ਧੰਨਵਾਦ ਹਰਮੀਤ ਭਾਜੀ ਤੁਹਾਡਾ, ਤੇ ਸੁਣ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਐਵੇਂ ਆਪਣਾ ਪਿਆਰ ਬਣਾਈ ਰੱਖੋ। ਮੈਂ ਇੱਕ ਛੋਟਾ ਜਿਹਾ ਸੁਨੇਹਾ ਜਾਂਦੇ ਜਾਂਦੇ ਦੇਣਾ ਜ਼ਰੂਰ। ਹਰ ਇੱਕ ਵਾਰਡ ਦੇ ਵਿੱਚ ਬਹੁਤ ਆਪਣੀ ਕਮਿਊਨਿਟੀ ਤੇ ਆਪਣੇ ਭਾਈਚਾਰੇ ਦੇ, ਇੰਡੀਅਨ ਕਮਿਊਨਿਟੀ ਦੇ ਬੰਦੇ ਖੜੇ ਨੇ। ਮੇਰਾ ਛੋਟਾ ਜਿਹਾ ਸੁਨੇਹਾ ਉਹਨਾਂ ਨੂੰ ਐਜ਼ ਏ ਕੈਂਡੀਡੇਟ ਕਿ ਅਸੀਂ ਜਿਹੜੀ ਇਹ ਇਲੈਕਸ਼ਨ ਹੈ ਇਹ ਆਉਂਦੀਆਂ ਜਾਂਦੀਆਂ ਰਹਿਣੀਆਂ, ਅਪਰਚੂਨਿਟੀਜ਼ ਮਿਲਦੀਆਂ ਰਹਿਣੀਆਂ, 4 ਸਾਲ ਬਾਅਦ ਫੇਰ ਆਣੀ ਹੈ, ਪਰ ਤੁਸੀਂ ਆਪਣੇ ਵਿੱਚ ਤਕਰਾਰ ਪੈਦਾ ਨਾ ਕਰੋ, ਕਿਉਂਕਿ ਅਸੀਂ ਸਾਰਿਆਂ ਨੇ ਇਸੇ ਏਰੀਏ ਦੇ ਵਿੱਚ ਰਹਿਣਾ, ਇਸੇ ਸਮਾਜ 'ਚ ਵਿਚਰਨਾ, ਅਸੀਂ ਵਿਆਹ ਸ਼ਾਦੀਆਂ ਤੇ ਮਿਲਣਾ ਜੁਲਣਾ, ਇੱਧਰ ਉੱਧਰ ਵੀ ਮਿਲਣਾ ਜੁਲਣਾ, ਕਿ ਕੱਲ੍ਹ ਨੂੰ ਇਹ ਛੋਟੇ ਛੋਟੇ ਤਕਰਾਰ ਤੁਹਾਨੂੰ ਐ ਨਾ ਕਰ ਦੇਣ ਕਿ ਤੁਸੀਂ ਇੱਕ ਦੂਜੇ ਨੂੰ ਬੁਲਾਉਣ ਤੋਂ ਵੀ ਜਾਂਦੇ ਲੱਗੋ, ਕਿਉਂਕਿ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਹੜੇ ਬੰਦੇ ਨੇ ਕੰਮ ਆ ਜਾਣਾ। ਮੇਰੀ ਤਾਂ ਇਹੀ ਹੈ ਕਿ ਨੈਗੇਟਿਵਿਟੀ ਆਪਾਂ ਨਾ ਫੈਲਾਈਏ। ਆਪਾਂ ਇੱਕ ਜਿੰਨੇ ਕੁ ਤੁਹਾਡੇ ਐਫਰਟਸ ਨੇ, ਜਿੰਨਾ ਕੁ ਤੁਹਾਡਾ ਜਿਹੜੀ ਕਹਿੰਦੇ ਆ ਤੁਹਾਡੀ ਇਮੇਜ ਵਧੀਆ ਹੈ, ਜਿੰਨਾ ਕੁ ਤੁਸੀਂ ਹਾਰਡ ਵਰਕ ਕਰਦੇ ਹੋ ਇਹਨਾਂ ਇਲੈਕਸ਼ਨ ਲਈ, ਤੁਹਾਡੀ ਤੁਸੀਂ ਸੋਚ ਰੱਖਦੇ ਹੋ, ਤੁਹਾਨੂੰ ਉਹਦਾ ਜਿਹੜਾ ਫਲ ਹੈ ਉਹ ਪਰਮਾਤਮਾ ਜ਼ਰੂਰ ਦਊਗਾ, ਉਹ ਕਮਿਊਨਿਟੀ ਜ਼ਰੂਰ ਦਊਗੀ, ਕਿਉਂਕਿ ਵੋਟਰ ਸਾਰੇ ਸਮਝਦਾਰ ਨੇ। ਉਹ ਨਾ ਤਾਂ ਧਰਮ ਪਿੱਛੇ ਜਾਣ ਵਾਲੇ ਨੇ, ਨਾ ਕਿਸੇ ਕੌਮ ਪਿੱਛੇ ਜਾਣ ਵਾਲੇ ਨੇ। ਉਹਨਾਂ ਨੇ ਇਹ ਦੇਖਣਾ ਕਿ ਇਨਸਾਨੀਅਤ ਕਿਹੜੇ ਬੰਦੇ 'ਚ ਵਧੀਆ ਹੈ, ਕਿ ਇਨਸਾਨ ਕਿਹੜਾ ਵਧੀਆ ਸਾਡੇ ਲਈ ਵਧੀਆ ਬੰਦਾ ਜਿਹੜਾ ਸਾਡੇ ਭਾਈਚਾਰੇ ਦਾ ਨਾਮ ਉੱਚਾ ਕਰ ਸਕਦਾ। ਸੋ ਆਪਸ 'ਚ ਰੰਜਿਸ਼ ਨਾ ਰੱਖੀਏ, ਆਪਸ 'ਚ ਇੱਕ ਦੂਜੇ ਨੂੰ ਮਾੜਾ ਭਲਾ ਨਾ ਕਹੀਏ। ਜਿੰਨੇ ਵੀ ਕੈਂਡੀਡੇਟ ਖੜੇ ਨੇ ਪੂਰੇ ਵਿਕਟੋਰੀਆ ਦੇ ਵਿੱਚ, ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਇਹ ਆਉਂਦੀਆਂ ਜਾਂਦੀਆਂ ਰਹਿਣੀਆਂ, ਇਹ ਕੋਈ ਦੂਸਰਾ ਨਹੀਂ ਗਾ, ਇਹਨੂੰ ਇੰਨਾ ਸੀਰੀਅਸ ਨਾ ਲਓ। ਆਪਣੇ ਕੰਮ ਤੇ ਆਪਣੇ ਆਪ ਤੇ ਕਨਸੈਂਟਰੇਟ ਕਰੋ। ਜੇ ਤੁਸੀਂ ਡਿਜ਼ਰਵਿੰਗ ਹੋਵੋਗੇ ਤੁਸੀਂ ਜ਼ਰੂਰ ਕੌਂਸਲ ਦੇ ਵਿੱਚ ਐਂਟਰ ਹੋਵੋਗੇ, ਬਾਕੀ ਜੇ ਨਹੀਂ ਹੈ ਤਾਂ ਨੈਕਸਟ ਈਅਰ ਜ਼ੋਰ ਜ਼ਿਆਦਾ ਲਾਓ। ਤੇ ਬੈਟਰ ਹੈ ਕਿ ਆਪਣਾ ਪਰ ਭਾਈਚਾਰਾ ਜਿਹੜਾ ਆਪਣਾ ਤਾਲਮੇਲ ਆ ਉਹਨੂੰ ਖਰਾਬ ਨਾ ਕਰੀਏ, ਉਹ ਮੇਨ ਜ਼ਰੂਰੀ ਹੈ ਜੀ। ਬਹੁਤ ਸੋਹਣੇ ਤੁਸੀਂ ਸ਼ਬਦ ਗਏ, ਤੇ ਇਹ ਮੈਸੇਜ ਮੈਨੂੰ ਲੱਗਦਾ ਕਿ ਸਾਰੀਆਂ ਕੌਂਸਲਸ ਦੇ ਵਿੱਚ ਜਾਣਾ ਚਾਹੀਦਾ, ਆਲ ਓਵਰ ਵਿਕਟੋਰੀਆ ਦੇ ਵਿੱਚ, ਤੇ ਇਸੇ ਤਰੀਕੇ ਨਾਲ ਪਿਆਰ ਦੇ ਨਾਲ ਹੀ ਇਸ ਇਲੈਕਸ਼ਨ ਨੂੰ ਸਿਰੇ ਚਾੜਨਾ ਚਾਹੀਦਾ। ਤੇ ਇੱਕ ਵਾਰ ਫੇਰ ਤੋਂ ਸਾਰੇ ਸ਼ੈਫੀ ਵਾਰਡ ਵਾਲਿਆਂ ਨੂੰ ਇਹੋ ਹੀ ਅਪੀਲ ਕਿ ਇਸ ਤੋਂ ਬਿਹਤਰ ਕੈਂਡੀਡੇਟ ਜੇ ਤੁਹਾਡੇ ਕੋਲ ਹੋਏਗਾ ਤਾਂ ਤੁਸੀਂ ਜ਼ਰੂਰ ਵੋਟ ਪਾਓ, ਪਰ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਬਿਹਤਰ ਕੈਂਡੀਡੇਟ। ਤੁਸੀਂ ਖੁਸ਼ਕਿਸਮਤ ਹੋ, ਤੁਹਾਡੇ ਕੋਲ ਇੱਕ ਇਹੋ ਜਿਹਾ ਕੈਂਡੀਡੇਟ ਹੈ ਜਿਹਨੇ ਅਗੇਨ ਵੀ ਨਾਮ ਰੋਸ਼ਨ ਕੀਤਾ, ਤੇ ਹੁਣ ਫੇਰ ਤੁਹਾਨੂੰ ਨਾਲ ਲੈ ਕੇ ਇੱਕ ਵਾਰੀ ਨਾਮ ਰੋਸ਼ਨ ਜ਼ਰੂਰ ਕਰੇਗਾ ਵਿੰਡਮ ਵਾਰਡ। ਇਸੇ ਦੇ ਨਾਲ ਹੀ ਸਤਿ ਸ਼੍ਰੀ ਅਕਾਲ। ਪੰਜਾਬ ਤੋਂ ਦੂਰ ਪੰਜਾਬੀਅਤ ਦੇ ਨੇੜੇ ਬ੍ਰਦਰਜ਼ ਹਵੇਲੀ, ਪਿਓਰ ਪੰਜਾਬੀ ਖਾਣਾ, ਪਿਓਰ ਪੰਜਾਬੀ ਸਵਾਦ, ਪਿਓਰ ਪੰਜਾਬੀ ਮਾਹੌਲ। ਭਾਵੇਂ ਵੈਜ ਖਾਓ ਭਾਵੇਂ ਨੌਨ ਵੈਜ, ਸਨੈਕਸ ਤੋਂ ਲੈ ਕੇ ਫੁੱਲ ਮੀਲ, ਸਭ ਕੁਝ ਅੱਜ ਹੀ ਪਹੁੰਚੋ ਬ੍ਰਦਰਜ਼ ਹਵੇਲੀ, 13 to 15 ਪਲਟਨੀ, ਡੈਂਡਨੋਂਗ VIC 3175 ਮੈਲਬਰਨ, ਜਾਂ ਕਾਲ ਕਰੋ 613 9792 2777।